ਵਾਹਿਗੁਰੂ ਸਾਹਿਬ ਜੀਓ। ਕੋਈ ਗਾਵੇ ਕੋ ਸੁਣੈ, ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਦਾਰ। ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਦਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਜਿਨ ਇਹੋ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੂ ਨ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 213 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਹੁਣ ਅੱਗੇ ਮਹੱਲਾ ਪੰਜਵਾਂ ਦੇ ਸਿਰਲੇਖ ਹੇਠ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਬੀਰ ਭਗਤ ਜੀ ਨੂੰ ਸਰੋਪਾਓ ਬਖਸ਼ਿਸ਼ ਕਰਦੇ ਹਨ ਤੇ ਪਾਵਨ ਬਾਣੀ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਇਹ ਵੀ ਕਬੀਰ ਜੀ ਦਾ ਉਪਦੇਸ਼ ਹੈ। ਹਮਰਾ ਕੋ ਨਹੀਂ, ਭਾਈ ਕੋਈ ਸਾਡਾ ਸਾਥੀ ਨਹੀਂ ਹੈ। ਮਾਤ ਪਿਤਾ ਬੰਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ। ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤਹ ਕੋ ਨਾ ਸਹਾਈ। ਨਾ ਹਮ ਕਿਸੂ ਕੇ ਨਾਹੀਂ, ਨਾ ਕੋਈ ਸਾਡਾ ਸਾਥੀ ਹੈ ਤੇ ਨਾ ਹੀ ਅਸੀਂ ਕਿਸੇ ਦੇ ਸਾਥੀ ਬਣ ਸਕਦੇ ਹਾਂ। ਕਿਉਂ? ਇਹ ਇੱਕ ਅਸੂਲ ਹੈ, ਕੋ ਮਰੈ ਨਾ ਮੋਇਆ ਨਾਲੇ। ਜਦੋਂ ਕੋਈ ਆਦਮੀ ਚੜ੍ਹਾਈ ਕਰਦਾ ਹੈ, ਉਹਦੇ ਨਾਲ ਨਾ ਅਸੀਂ ਮਰਦੇ ਹਾਂ, ਨਾ ਉਹਨੇ ਸਾਡੇ ਨਾਲ ਮਰਨਾ। ਇਸ ਲਈ ਭਗਤ ਕਬੀਰ ਜੀ ਸਾਨੂੰ ਇਹ ਸਿੱਖਿਆ ਦਿੰਦੇ ਹਨ, ਬਈ ਤੁਸੀਂ ਜੇ ਸੰਸਾਰ ਦੇ ਵਿੱਚ ਰਹਿਣਾ ਹੈ, ਬਈ ਤੁਸੀਂ ਝੂਠੇ ਸੰਸਾਰ ਦੇ ਨਾਲੋਂ ਆਪਣਾ ਨਾਤਾ ਤੋੜ ਲਵੋ, ਉਸ ਪਰਮ ਪਿਤਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੋ। ਜਿਨ ਇਹੋ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਭਗਤ ਕਬੀਰ ਜੀ ਦੇ ਨਾਂ ਹੇਠ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਉਚਾਰਨ ਕਰ ਰਹੇ ਨੇ। ਕੀ ਕਹਿੰਦੇ ਨੇ? ਜਿਹਨੇ ਉਹ ਰਚਨ ਰਚਾਇਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਰਚਨ ਸੰਸਾਰ ਨੂੰ ਰਚਾਇਆ ਹੈ, ਅਥਵਾ ਜਿਸ ਵਾਹਿਗੁਰੂ ਨੇ ਇਸ ਰਚਨਾ ਨੂੰ ਰਚਾਇਆ ਹੈ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਾਣ ਤ੍ਰੈਣ ਤ੍ਰੇ ਪਵਨ ਪਾਣੀ, ਚਾਰ ਵੇਦ ਚਾਰੇ ਖਾਣੀ।
ਖੰਡ ਦੀਪ ਸਭ ਲੋਆ, ਏਕ ਕਵਾਵੇ ਤੇ ਸਭ ਹੋਆ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਨੂੰ ਰਚਿਆ ਹੈ, ਇਸ ਰਚਨਾ ਨੂੰ ਰਚਾਇਆ ਹੈ, ਤਿਸ ਹੀ ਮਾਹੇ ਸਮਾਹੇ। ਭਾਈ ਉਹਦੇ ਵਿੱਚ ਲੀਨ ਹੋਇਆ ਕਰੋ, ਉਹਦੇ ਵਿੱਚ ਸੁਰਤ ਨੂੰ ਜੋੜਿਆ ਕਰੋ। ਕਬੀਰ ਚੀਕੜ ਆਟਾ ਗਿਰ ਪਰਿਆ, ਕਿਛੂ ਨਾ ਆਇਓ ਹਾਥ। ਜਾਂ ਉਤਮ ਪੁਰਖ ਦੇ ਵਿੱਚ ਤਿਸੀ ਹੀ ਮਾਹੇ ਸਮਾਏ। ਭਗਤ ਜੀ ਕਹਿੰਦੇ ਅਸੀਂ ਉਸੇ ਵਾਹਿਗੁਰੂ ਦੇ ਵਿੱਚ, ਉਸ ਪਰਮ ਪਿਤਾ ਅਕਾਲ ਪੁਰਖ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਹਾਂ। ਹੁਣ ਜਿਹੜਾ ਅਗਲਾ ਸ਼ਲੋਕ ਹੈ ਉਹਦੀ ਉਥਾਨਕਾ ਸੰਪਰਦਾਇ ਪਿੰਡਰਾਂ ਦਮਦਮੀ ਟਕਸਾਲ ਦੇ ਮਹਾਂਪੁਰਖ ਗਿਆਨੀ ਜਨ ਇਸ ਤਰ੍ਹਾਂ ਸੁਣਾਉਂਦੇ ਹਨ। ਕੋਈ ਬੀਬੀ ਸੀ, ਉਹ ਗੁਆਂਢ ਦੇ ਵਿੱਚ ਕਿਸੇ ਘਰ ਦੇ ਅੰਦਰ ਆਟਾ ਪੀਣ ਵਾਸਤੇ ਗਈ ਹੈ। ਉਹ ਕਣਕ, ਉਹ ਅਨਾਜ ਆਪਣੇ ਘਰੋਂ ਲੈ ਗਈ ਅਤੇ ਗੁਆਂਢਣ ਦੇ ਘਰੇ ਜਾ ਕੇ ਚੱਕੀ ਨਾਲ ਪੀਸਣ ਲੱਗ ਪਈ। ਅਚਾਨਕ ਮੀਂਹ ਪੈਣ ਲੱਗਿਆ। ਉਹ ਬੀਬੀ ਆਟਾ ਪੀ ਕੇ ਜਦੋਂ ਵਾਪਸ ਘਰ ਨੂੰ ਆਉਣ ਲੱਗੀ, ਰਸਤੇ ਵਿੱਚ ਚਿੱਕੜ ਸੀ। ਮੀਂਹ ਦੇ ਨਾਲ ਚਿੱਕੜ ਅਕਸਰ ਹੋ ਹੀ ਜਾਂਦਾ ਹੈ। ਕੱਚੇ ਰਾਹ ਸਨ। ਉਸ ਬੀਬੀ ਦਾ ਪੈਰ ਤਿਲਕਿਆ ਤੇ ਆਪ ਵੀ ਡਿੱਗ ਪਈ ਤੇ ਆਟਾ ਵੀ ਡੁੱਲ ਗਿਆ। ਹੁਣ ਭਗਤ ਕਬੀਰ ਜੀ ਨੇ ਉਸ ਬੀਬੀ ਨੂੰ ਵੇਖ ਕੇ ਫਿਰ ਇਹ ਸ਼ਲੋਕ ਉਚਾਰਨ ਕੀਤਾ ਹੈ। ਕਬੀਰ ਕੀਚੜ ਆਟਾ ਗਿਰ ਪਰਿਆ। ਕਬੀਰ ਭਗਤ ਜੀ ਕਹਿੰਦੇ ਨੇ ਇਸ ਬੀਬੀ ਦਾ ਕੀਚੜ ਦਾ ਅਰਥ ਹੈ ਚਿੱਕੜ, ਕੀਚੜ ਦਾ ਅਰਥ ਹੈ ਗਾਰਾ। ਹੁਣ ਇਹਦਾ ਆਟਾ ਚਿੱਕੜ ਦੇ ਵਿੱਚ ਡਿੱਗ ਪਿਆ ਹੈ। ਹੁਣ ਉਹ ਵਿਚਾਰੀ ਯਤਨ ਕਰਦੀ ਆ ਵੀ ਮੈਂ ਇਸ ਨੂੰ ਚੁੱਕ ਲਵਾਂ। ਕਿਛੂ ਨਾ ਆਇਓ ਹਾਥ, ਉਹਦੇ ਹੱਥ ਵਿੱਚ ਕੁਝ ਵੀ ਨਹੀਂ ਆਇਆ। ਕਿਉਂ? ਹੁਣ ਜਦੋਂ ਚਿੱਕੜ ਵਿੱਚ ਆਟਾ ਡੁੱਲ ਜਾਵੇ, ਹੁਣ ਉੱਥੇ ਮੀਂਹ ਦਾ ਪਾਣੀ ਵੀ ਪੈ ਰਿਹਾ ਸੀ ਅਤੇ ਉਹ ਆਟਾ ਗਿੱਲਾ ਹੋ ਕੇ ਚਿੱਕੜ ਦੇ ਵਿੱਚ ਹੀ ਰਲ ਗਿਆ, ਉਹਦੇ ਹੱਥ ਵਿੱਚ ਕੁਝ ਵੀ ਨਾ ਆਇਆ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਲਓ ਭਗਤ ਜੀ ਕਹਿੰਦੇ ਨੇ ਉਸ ਬੀਬੀ ਨੇ ਚੱਕੀ ਪੀਂਦਿਆਂ ਪੀਂਦਿਆਂ ਜੋ ਦਾਣਿਆਂ ਦੇ ਫੱਕੇ ਮਾਰ ਲਏ, ਜਿਨ੍ਹਾਂ ਦਾਣਿਆਂ ਨੂੰ ਚੱਬ ਲਿਆ, ਸੋਈ ਨਿਭਿਆ ਸਾਥ, ਉਹ ਉਹਦੇ ਨਾਲ ਨਿਭੇ। ਭਾਵ ਜਿਹੜਾ ਉਸਨੇ ਇਹ ਆਸ ਰੱਖ ਕੇ ਆਟਾ ਪੀਸਿਆ ਸੀ ਵੀ ਇਹ ਮੇਰੇ ਫਿਊਚਰ ਵਿੱਚ ਕੰਮ ਆਵੇਗਾ, ਮੈਂ ਇਸ ਆਟੇ ਦੀਆਂ ਰੋਟੀਆਂ ਬਣਾ ਕੇ ਛਕਾਵਾਂਗੀ, ਉਹ ਉਸ ਦੀਆਂ ਸੋਚਾਂ 'ਤੇ ਪਾਣੀ ਫਿਰ ਗਿਆ। ਪੀਂਦੀ ਪੀਂਦੀ ਨੇ ਜਿਹੜਾ ਚੱਬ ਲਿਆ ਉਹ ਉਹਦੇ ਨਾਲ ਨਿਭਿਆ, ਬਾਕੀ ਸਾਰਾ ਬਿਆਰਸ ਚਲਿਆ ਗਿਆ। ਇਸੇ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ, ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਅੰਦਰ ਸਵਾਸ ਨੇ। ਜਿਹੜੇ ਸਾਡੇ ਸਵਾਸਾਂ ਰੂਪੀ ਆਟਾ ਹੈ, ਅਸੀਂ ਇਹਨਾਂ ਨੂੰ ਨਸ਼ਿਆਂ ਵਿਸ਼ਿਆਂ ਦੇ ਅਥਵਾ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦੀਆਂ ਵਾਸ਼ਨਾਵਾਂ ਦੇ ਚਿੱਕੜ ਦੇ ਵਿੱਚ ਇਸ ਨੂੰ ਗਵਾਈ ਜਾ ਰਹੇ ਹਾਂ। ਸਾਡਾ ਜੀਵਨ ਅਜਾਈ ਜਾ ਰਿਹਾ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਸੋਂ ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਭਗਤ ਕਬੀਰ ਜੀ ਕਹਿੰਦੇ ਨੇ ਸਾਡੇ ਸਵਾਸਾਂ ਦਾ ਆਟਾ ਵਿਸ਼ਿਆਂ ਦੇ ਚਿੱਕੜ ਵਿੱਚ ਡਿੱਗ ਪਿਆ ਹੈ। ਕਿਛੂ ਨਾ ਆਇਓ ਹਾਥ, ਜਿਹੜਾ ਸਾਡਾ ਸਮਾਂ ਜੀਵਨ ਵਿਸ਼ਿਆਂ ਵਿੱਚ ਬਤੀਤ ਹੋਇਆ, ਉਹਦੇ ਵਿੱਚੋਂ ਕੁਝ ਵੀ ਲਾਭ ਸਾਨੂੰ ਹਾਸਲ ਨਾ ਹੋਇਆ। ਪੀਸਤ ਪੀਸਤ ਚਾਬਿਆ, ਬਈ ਕਦੇ ਕਦੇ ਸੰਗਤ ਵਿੱਚ ਜਾ ਕੇ ਅਸੀਂ ਵਾਹਿਗੁਰੂ ਦਾ ਨਾਮ ਲੈਂਦੇ ਸਾਂ, ਜਾਂ ਕਿਤੇ ਘਰ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਮਾਂ ਕਹਿ ਦਿੰਦੀ ਹੈ, ਪੁੱਤ ਹੱਥ ਮੂੰਹ ਧੋ ਰੱਬ ਦਾ ਨਾਂ ਲੈ, ਫਿਰ ਅੰਨ ਪਾਣੀ ਛਕੀ। ਮਾਤਾ ਦੇ ਕਹਿਣ ਤੋਂ ਜਾਂ ਸੰਗਤ ਵਿੱਚ ਜਾ ਕੇ ਕਦੇ ਵਾਹਿਗੁਰੂ ਵਾਹਿਗੁਰੂ ਜਪਿਆ ਸੀ, ਪੀਂਦਿਆਂ ਪੀਂਦਿਆਂ ਜੋ ਚੱਬ ਲਿਆ ਉਹ ਨਾਲ ਨਿਭਿਆ, ਬਾਕੀ ਤੇ ਸਾਰਾ ਜੀਵਨ ਅਜਾਈ ਚਲਿਆ ਗਿਆ। ਕਬੀਰ ਮਨ ਜਾਣੈ ਸਭ ਬਾਤ,
ਜਾਣਤ ਹੀ ਔਗਣ ਲੋ ਕਰੈ। ਭਗਤ ਕਬੀਰ ਜੀ ਕਹਿੰਦੇ ਨੇ ਸੰਸਾਰ ਵਿੱਚ ਇਹੋ ਜਿਹੇ ਲੋਕ ਵੀ ਹਨ, ਆਪਣੇ ਆਪ ਨੂੰ ਬੜੇ ਗਿਆਨਵਾਨ ਵਿਦਵਾਨ ਸਮਝਦੇ ਨੇ ਤੇ ਕਰਦੇ ਕੀ ਨੇ, ਹੱਥ ਵਿੱਚ ਦੀਵਾ ਫੜਿਆ ਹੁੰਦਾ ਗਿਆਨ ਦਾ ਤੇ ਵਿਦਿਆ ਦਾ, ਤੇ ਕੰਮ ਪੁੱਠੇ ਕਰਦੇ ਨੇ। ਬਹੁਤੇ ਜਿਹੜੇ ਪੜ੍ਹੇ ਲਿਖੇ ਮੂਰਖ ਵੀ ਹੁੰਦੇ ਨੇ, ਉਹਨਾਂ ਦੀਆਂ ਨਿਸ਼ਾਨੀਆਂ ਵੀ ਗੁਰੂ ਮਹਾਰਾਜ ਨੇ ਲਿਖੀਆਂ ਹਨ। ਪੜ੍ਹਿਆ ਮੂਰਖ ਆਖੀਐ, ਜਿਤ ਲੱਭ ਲੋਭ ਅਹੰਕਾਰ, ਖਾਣ ਦੇ ਚਸਕੇ, ਮਾਇਆ ਦਾ ਲੋਭ ਤੇ ਆਪਣੇ ਗਿਆਨ ਦਾ ਵਿਦਿਆ ਦਾ ਘਮੰਡ, ਇਹ ਉਹਨਾਂ ਦੀ ਕਮਜ਼ੋਰੀ ਹੁੰਦੀ ਹੈ। ਉਹਨਾਂ ਨੂੰ ਭਗਤ ਕਬੀਰ ਜੀ ਸਮਝਾਉਂਦੇ ਨੇ, ਕਬੀਰ ਮਨ ਜਾਣੈ ਸਭ ਬਾਤ। ਜਿਹੜਾ ਵਿਦਵਾਨ ਪੁਰਸ਼ ਹੈ, ਪੰਡਤ ਹੈ, ਪ੍ਰਚਾਰਕ ਹੈ, ਗਿਆਨੀ ਹੈ, ਕਥਾਵਾਚਕ ਹੈ, ਉਹ ਆਪਣੇ ਮਨ ਦੇ ਵਿੱਚ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਜਾਣਤ ਹੀ ਔਗਣ ਕਰੈ, ਜਾਣ ਬੁੱਝ ਕੇ ਤੇ ਫਿਰ ਉਹ ਔਗਣ ਕਰਦਾ। ਇਹਦਾ ਮਤਲਬ ਇਹ ਹੈ, ਉਹਨੂੰ ਪਤਾ ਹੈ ਬੋਲੀਐ ਸੱਚ ਧਰਮ ਝੂਠ ਨਹਿ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ। ਲੋਕਾਂ ਨੂੰ ਉਪਦੇਸ਼ ਇਹੀ ਦਿੰਦਾ, ਭਾਈ ਝੂਠ ਨਾ ਬੋਲੋ, ਤੇ ਆਪ ਝੂਠ ਬੋਲੀ ਜਾਂਦਾ। ਜਾਣਤ ਹੀ ਔਗਣ ਕਰੇ, ਪਤਾ ਵੀ ਹੈ ਫਿਰ ਵੀ ਝੂਠ ਬੋਲੀ ਜਾਂਦਾ। ਪੜ੍ਹੇ ਲਿਖੇ ਵੀ ਝੂਠ ਬੋਲਦੇ ਨੇ, ਤੇ ਜਾਂ ਹੋਰ ਵੀ ਜਿਹੜੇ ਔਗਣ ਨੇ, ਚੋਰੀ ਯਾਰੀ ਨਸ਼ੇ ਵਿਸ਼ੇ ਭੋਗਣੇ, ਇਹ ਵੀ ਔਗਣ ਕਰਦੇ ਹਨ। ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਲੋ ਭਗਤ ਜੀ ਕਹਿੰਦੇ ਨੇ, ਫਿਰ ਕਾਹਦੀ ਸੁੱਖ ਹੈ? ਕੁਸਲਾਤ ਦਾ ਅਰਥ ਹੈ ਸੁੱਖ। ਕਾਹਦੀ ਸੁੱਖ ਹੈ? ਹੱਥ ਵਿੱਚ ਦੀਵਾ ਫੜਿਆ ਹੋਇਆ ਉਹਨਾਂ ਲੋਕਾਂ ਨੇ, ਤੇ ਖੂਹ ਵਿੱਚ ਡਿੱਗਦੇ ਨੇ। ਕੂਏ ਦਾ ਅਰਥ ਹੈ ਖੂਹ। ਹੱਥ ਵਿੱਚ ਦੀਵਾ ਫੜਿਆ ਹੋਇਆ ਗਿਆਨ ਦਾ, ਵਿਦਿਆ ਦਾ, ਨੌਲੇਜ ਦਾ, ਤੇ ਡਿੱਗਦੇ ਖੂਹ ਦੇ ਵਿੱਚ ਨੇ। ਖੂਹ ਤੋਂ ਭਾਵ ਹੈ ਜਿਹੜੇ ਔਗਣ ਨੇ, ਵਿਕਾਰ ਨੇ, ਪਾਪ ਨੇ, ਉਹਨਾਂ ਦੇ ਵਿੱਚ ਡਿੱਗ ਰਹੇ ਹਨ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਵਰਜੈ ਲੋਗ ਅਜਾਨ। ਲੋ ਕੋਈ ਭਗਤ ਜੀ ਦਾ ਸੰਗੀ ਸੀ, ਉਹਦੇ ਮਨ ਨੂੰ ਐਸੀ ਠੋਕਰ ਲੱਗੀ, ਭਗਤ ਜੀ ਕੋਲ ਆ ਗਿਆ, ਕਹਿਣ ਲੱਗਾ, ਭਗਤ ਜੀ ਬਸ ਹੁਣ ਮੈਂ ਤੇ ਭਗਤੀ ਕਰਨੀ ਹੈ, ਸਿਮਰਨ ਕਰਨਾ ਹੈ, ਤੇ ਮੈਂ ਆਪਣੇ ਜੀਵਨ ਨੂੰ ਸਵਾਰਨਾ। ਭਗਤ ਜੀ ਕਹਿੰਦੇ, ਚਲੋ ਠੀਕ ਹੈ, ਜੇ ਤੇਰੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ, ਫਿਰ ਵਿਵੇਕ ਦੇ ਨਾਲ, ਦ੍ਰਿੜਤਾ ਦੇ ਨਾਲ ਭਗਤੀ ਕਰ। ਤੇ ਜਿਹੜੇ ਇਹਦੇ ਰਿਸ਼ਤੇਦਾਰ ਸਨ, ਉਹ ਆ ਕੇ ਇਸ ਨੂੰ ਸਮਝਾਉਣ ਲੱਗੇ, ਤੂੰ ਘਰ ਚੱਲ, ਕੰਮਕਾਰ ਕਰਿਆ ਕਰ, ਉਹਦੇ ਨਾਲ ਭੁੱਖਾ ਨਹੀਂ ਮਰੇਗਾ, ਪਰਿਵਾਰ ਵੀ ਤੇਰਾ ਪਲ ਸਕਦਾ ਹੈ। ਪਰ ਉਹ ਜਿਹੜਾ ਗੁਰਮੁਖ ਪਿਆਰਾ ਜਿਹਨੂੰ ਇਹ ਲਗਨ ਲੱਗੀ ਸੀ, ਤੇ ਉਹ ਕਹਿੰਦਾ ਵੀ ਨਹੀਂ, ਮੈਂ ਘਰ ਨਹੀਂ ਜਾਣਾ, ਬਸ ਮੈਂ ਤੇ ਹੁਣ ਇੱਥੇ ਹੀ ਰਹਿ ਕੇ ਭਗਤੀ ਕਰਨੀ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਕਈ ਐਸੀਆਂ ਘਟਨਾਵਾਂ ਵਾਪਰਦੀਆਂ ਨੇ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ। ਕਬੀਰ ਭਗਤ ਜੀ ਫਰਮਾਉਂਦੇ ਨੇ, ਸੁਜਾਨ ਦਾ ਅਰਥ ਹੈ ਦਾਨਸ਼ਵਰ, ਸ੍ਰੇਸ਼ਟ ਜਾਣੀ ਜਾਣ। ਕਟ ਕਟ ਕੀ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛੰਤੋ, ਕੌਣ ਹੈ ਅਕਾਲ ਪੁਰਖ। ਜਿਸ ਦੀ ਪ੍ਰੀਤ ਉਸ ਸੁਜਾਨ, ਦਾਨਸ਼ਵਰ, ਜਾਣੀ ਜਾਣ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਈ ਹੈ। ਵਰਜੈ ਲੋਗ ਆ ਜਾਣ, ਜਿਹੜੇ ਅਣਜਾਣ ਲੋਕ ਨੇ, ਜਿਨ੍ਹਾਂ ਨੂੰ ਭਗਤੀ ਦੀ ਕੀਮਤ ਦਾ ਗਿਆਨ ਨਹੀਂ ਹੈ, ਸਿਮਰਨ ਬੰਦਗੀ ਦੇ ਮਹਾਤਮ ਦਾ ਪਤਾ ਨਹੀਂ ਹੈ, ਐਸੇ ਜਿਹੜੇ ਅਣਜਾਣ ਲੋਕ ਨੇ, ਤੇ ਉਹ ਉਸ ਨੂੰ ਰੋਕਦੇ ਨੇ ਭਗਤੀ ਵੱਲੋਂ, ਬਈ ਤੂੰ ਭਗਤੀ ਨਾ ਕਰ, ਤੂੰ ਘਰ ਚੱਲ ਕੇ ਦੁਨਿਆਵੀ ਕੰਮ ਕਾਰ ਕਰ। ਤਾਸਿਓ ਟੂਟੀ ਕਿਉ ਬਨੈ, ਜਾ ਕੇ ਜੀ ਪ੍ਰਾਨ। ਭਗਤ ਜੀ ਕਹਿੰਦੇ, ਉਸ ਵਾਹਿਗੁਰੂ ਦੇ ਨਾਲੋਂ ਟੁੱਟੀ ਹੋਈ ਕਿਵੇਂ ਬਣ ਸਕਦੀ ਹੈ? ਭਾਵ ਹੁਣ ਜਿਹਦਾ ਪ੍ਰੇਮ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ, ਤੇ ਜੇ ਕੋਈ ਉਹਨੂੰ ਆਖੇ, ਭਾਈ ਤੂੰ ਹੁਣ ਛੱਡ ਰੱਬ ਦਾ ਖਹਿੜਾ,
ਤੂੰ ਆਪਣੇ ਪਰਿਵਾਰ ਵਿੱਚ ਰਹਿ, ਘਰ ਦੇ ਵਿੱਚ ਰਹਿ, ਤੇ ਉਹਦੇ ਨਾਲੋਂ ਤੋੜ ਕੇ ਤੇ ਫਿਰ ਦੱਸੋ ਕਿਵੇਂ ਜੀਵਨ ਦਾ ਨਿਰਵਾਹ ਹੋ ਸਕਦਾ? ਨਹੀਂ ਹੋਣਾ। ਜਾਂ ਤਾਂ ਸਿਓ ਟੂਟੀ ਕਿਉਂ ਬਣੇ? ਉਸ ਵਾਹਿਗੁਰੂ ਦੇ ਨਾਲੋਂ ਜਦੋਂ ਟੁੱਟ ਗਈ ਤੇ ਫਿਰ ਦੱਸੋ ਇਹ ਗੱਲ ਸਾਨੂੰ ਫਵੇਗੀ? ਬੰਨ੍ਹਣ ਦਾ ਅਰਥ ਹੁੰਦਾ ਫਬਣਾ। ਜੇ ਵਾਹਿਗੁਰੂ ਦੇ ਨਾਲੋਂ ਪ੍ਰੀਤੀ ਟੁੱਟ ਗਈ ਫਿਰ ਇਹ ਸਾਡੀ ਜ਼ਿੰਦਗੀ ਕਦੇ ਜੀਵਨ ਸੋਭਾ ਨਹੀਂ ਪ੍ਰਾਪਤ ਕਰ ਸਕਦਾ। ਜਾ ਕੇ ਜੀਅ ਪ੍ਰਾਣ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਜਿੰਦ ਜਾਨ ਤੇ ਪ੍ਰਾਣ ਬਖਸ਼ੇ ਹੋਏ ਨੇ, ਉਹਦੇ ਨਾਲ ਸਾਨੂੰ ਪ੍ਰੇਮ ਕਰਨਾ ਚਾਹੀਦਾ ਹੈ। ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰਹੋ ਸਵਾਰ। ਲੋ ਕਬੀਰ ਭਗਤ ਜੀ ਕਈ ਜਿਹੜੇ ਮਾਇਆਧਾਰੀ ਸਰਮਾਏਦਾਰ ਹੁੰਦੇ ਨੇ ਤੇ ਉਹਨਾਂ ਦੇ ਕੋਲੇ ਮਾਇਆ ਬਹੁਤ ਹੁੰਦੀ ਹੈ, ਫਿਰ ਉਹ ਆਪਣੇ ਮਨ ਦੇ ਸ਼ੌਕ ਪਾਲਦੇ ਨੇ, ਬੜੇ ਬੜੇ ਮਹਿਲ ਉਸਾਰਦੇ ਨੇ ਤੇ ਨਾਲ ਦੀ ਨਾਲ ਕਈ ਸਭਾ ਅਸਥਾਨ ਵੀ ਬਣਾਉਂਦੇ ਨੇ, ਵੱਡੇ ਵੱਡੇ ਹਾਲ ਬਣਾਉਂਦੇ ਨੇ, ਵੱਡੇ ਵੱਡੇ ਸਟੋਰ ਬਣਾਉਂਦੇ ਨੇ ਤੇ ਉਹਨਾਂ ਨੂੰ ਵੈਰਾਗਮਈ ਉਪਦੇਸ਼ ਦਿੰਦੇ ਹਨ। ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰੋ ਸਵਾਰ। ਕਬੀਰ ਭਗਤ ਜੀ ਕਹਿੰਦੇ ਨੇ ਆਹ ਜਿਹੜੇ ਕੋਠੇ ਨੇ ਕੱਚੇ ਕੋਠੇ ਤੇ ਮੰਡਪ ਜਿਹੜੇ ਪੱਕੇ ਮਹਿਲ ਨੇ, ਹੇਤਕਾਰ ਬੜੇ ਪ੍ਰੇਮ ਦੇ ਨਾਲ, ਕਾਹੇ ਮਰੋ ਸਵਾਰ, ਤੁਸੀਂ ਇਹਨਾਂ ਨੂੰ ਸਵਾਰਦੇ ਕਾਹਦੇ ਲਈ? ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹੋ। ਕਾਰਜ ਸਾਡੇ 3 ਹੱਥ, ਘਣੀ ਤਾਂ ਪੌਣੇ 4। ਤੁਹਾਨੂੰ ਪਤਾ ਹੈ ਤੁਹਾਡੇ ਜਿਹੜੇ ਧਰਤੀ ਕੰਮ ਆਉਣੀ ਹੈ, ਕਾਰਜ 3.5 ਹੱਥ, 3.5 ਹੱਥ ਤੁਹਾਡੀ ਦੇਹ ਹੁੰਦੀ ਹੈ। ਜਿਵੇਂ ਮਨੁੱਖ ਦਾ ਕੱਦ ਕਾਠ ਹੁੰਦਾ ਹੈ, ਉਹਦੇ ਹਿਸਾਬ ਦੇ ਨਾਲ 3.5 ਹੱਥ ਦੇਹ ਦੀ ਲੰਬਾਈ ਹੁੰਦੀ ਹੈ। ਭਗਤ ਜੀ ਕਹਿੰਦੇ ਉਹਨੇ ਨਾਲ ਤੁਹਾਡਾ ਸਰ ਜਾਣਾ। ਤੁਹਾਡੇ ਕੰਮ 3.5 ਹੱਥ ਧਰਤੀ ਆਵੇਗੀ, ਘਣੀ ਤਾਂ ਪੌਣੇ 4। ਜੇ ਕਿਸੇ ਦੇਹ ਲੰਬੀ ਹੋਈ, ਕੱਦ ਵੱਡਾ ਹੋਇਆ ਤੇ ਫਿਰ ਪੌਣੇ 4 ਹੱਥ ਧਰਤੀ ਕੰਮ ਆ ਜਾਵੇਗੀ। ਦੂਸਰਾ ਇਹਦਾ ਭਾਵ ਇਹ ਹੈ, ਤੁਸੀਂ ਜਿੰਨੇ ਮਰਜ਼ੀ ਮਹਿਲ ਮਾੜੀਆਂ ਉਸਾਰ ਲਵੋ, ਪਰ ਅਖੀਰ ਤੇ ਉਹ ਕਬਰ 3.5 ਹੱਥ ਜਾਂ ਪੌਣੇ 4 ਹੱਥ ਦੀ ਹੁੰਦੀ ਹੈ, ਉਹਦੇ ਵਿੱਚ ਹੀ ਜਾ ਕੇ ਪੈਣਾ ਪਵੇਗਾ। ਕਬੀਰ ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਲੋਕ ਕਬੀਰ ਭਗਤ ਜੀ ਕਹਿੰਦੇ ਨੇ ਵੀ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਸਿੱਖੋ। ਕਈ ਵਾਰੀ ਕਈ ਬੰਦਿਆਂ ਦਾ ਸੁਭਾਅ ਹੁੰਦਾ ਹੈ ਵੀ ਜੇ ਪਰਮੇਸ਼ਰ ਜਿਵੇਂ ਅਸੀਂ ਸੋਚਦੇ ਹਾਂ ਉਵੇਂ ਕਰੇ ਤੇ ਕਿੰਨੀ ਵਧੀਆ ਗੱਲ ਹੋਵੇਗੀ। ਜਿਵੇਂ ਖਾਸ ਕਰਕੇ ਜਦੋਂ ਕੋਈ ਕਿਸਾਨ ਫਸਲ ਬੀਜਦਾ ਹੈ, ਉਹਦੀ ਇਹ ਇੱਛਾ ਹੁੰਦੀ ਹੈ ਜਦੋਂ ਮੈਂ ਫਸਲ ਬੀਜਦਾ ਹਾਂ, ਜਦੋਂ ਮੈਨੂੰ ਮੀਂਹ ਦੀ, ਹਰ ਇੱਕ ਬੰਦਾ ਇਸ ਤਰ੍ਹਾਂ ਸੋਚਦਾ। ਪਰ ਭਗਤ ਕਬੀਰ ਜੀ ਫਰਮਾਉਂਦੇ ਨੇ ਉਹ ਪਰਮੇਸ਼ਰ ਆਪਣੇ ਭਾਣੇ ਦਾ ਮਾਲਕ ਹੈ, ਉਹ ਕਿਸੇ ਦਾ ਗੁਲਾਮ ਨਹੀਂ ਬਈ ਤੁਹਾਡੇ ਆਖੇ ਲੱਗੂਗਾ। ਕਬੀਰ ਜੋ ਮੈਂ ਚਿਤਵੋ ਨਾ ਕਰੇ। ਕਬੀਰ ਭਗਤ ਜੀ ਕਹਿੰਦੇ ਜੋ ਮੈਂ ਸੋਚਦਾ ਹਾਂ ਵੀ ਪਰਮੇਸ਼ਰ ਆਏਂ ਕਰੇ ਨਾ ਕਰੇ, ਪਰਮੇਸ਼ਰ ਉਸ ਤਰ੍ਹਾਂ ਨਹੀਂ ਕਰਦਾ। ਕਿਆ ਮੇਰੇ ਚਿਤਵੇ ਹੋਏ, ਤੇ ਸਾਡੇ ਸੋਚਿਆਂ ਸਾਡੇ ਚਿਤਵਿਆਂ ਕੀ ਹੋਵੇਗਾ? ਕੁਝ ਵੀ ਨਹੀਂ ਹਾਸਲ ਹੋ ਸਕਦਾ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਲੋਕ ਕਬੀਰ ਭਗਤ ਜੀ ਸਾਨੂੰ ਵਾਹਿਗੁਰੂ ਦੇ ਘਰ ਦੀਆਂ ਗੱਲਾਂ ਸੁਣਾਉਂਦੇ ਨੇ। ਆਪਣਾ ਚਿਤਵਿਆ ਹਰ ਕਰੇ, ਜੋ ਵਾਹਿਗੁਰੂ ਨੇ ਆਪ ਸੋਚਿਆ ਹੁੰਦਾ ਹੈ ਉਹੀ ਕੰਮ ਕਰਦਾ। ਜੋ ਵਾਹਿਗੁਰੂ ਸੋਚਦਾ ਉਹਦਾ ਸਾਨੂੰ ਨਹੀਂ ਪਤਾ ਹੁੰਦਾ। ਜੋ ਮੇਰੇ ਚਿੱਤ ਨਾ ਹੋ, ਜੋ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ, ਤੇ ਪਰਮੇਸ਼ਰ ਉਹ ਕੰਮ ਕਰਦਾ ਹੈ। ਇੱਕ ਥਾਂ ਤੇ ਸਤਿਗੁਰੂ ਦੇ ਬਚਨ ਆਉਂਦੇ ਨੇ, ਨਰ ਚਾਹਤ ਕਛ ਔਰੈ ਕੀ ਔਰੈ ਭਈ, ਨਾਨਕ ਫਾਸੀ ਗੱਲ ਪਰੀ। ਆਦਮੀ ਕੁਛ ਹੋਰ ਚਾਹੁੰਦਾ ਹੈ ਤੇ ਗੱਲ ਹੋਰ ਦੀ ਹੋਰ ਬਣ ਜਾਂਦੀ ਹੈ। ਆਦਮੀ ਚਾਹੁੰਦਾ ਬਹੁਤੀ ਮਾਇਆ ਇਕੱਠੀ ਕਰਾਂ, ਚੰਗੇ ਚੰਗੇ ਘਰ ਕੋਠੀਆਂ ਮਹਿਲ ਉਸਾਰਾਂ। ਜੋ ਪਰਮੇਸ਼ਰ ਕਰਦਾ ਹੈ, ਜੋ ਪਰਮੇਸ਼ਰ ਚਿਤਵਦਾ ਹੈ, ਉਹ ਗੱਲ ਹੁੰਦੀ ਹੈ।
ਤੇ ਸਾਡੇ ਚਿਤਵਿਆਂ ਸਾਡੇ ਸੋਚਿਆਂ ਕੁਝ ਵੀ ਨਹੀਂ ਬਣਨ ਵਾਲਾ। ਤੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ। ਲਓ ਹੁਣ ਅੱਗੇ ਮਹੱਲਾ ਤੀਜਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦਾ ਸ਼ਲੋਕ। ਇਸ ਮਹੱਲਾ ਤੀਜਾ ਤੋਂ ਇਹ ਵੀ ਸਾਨੂੰ ਪ੍ਰੇਰਣਾ ਮਿਲਦੀ ਹੈ ਬਈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਕਬੀਰ ਜੀ ਦੀ ਬਾਣੀ, ਖਾਸ ਕਰਕੇ ਇਹ ਸ਼ਲੋਕ ਉਹਨਾਂ ਕੋਲੇ ਹਾਜ਼ਰ ਸਨ, ਉਹਨਾਂ ਕੋਲੇ ਉਸ ਵੇਲੇ ਮੌਜੂਦ ਸਨ। ਤਾਂ ਹੀ ਤਾਂ ਉਹਨਾਂ ਨੇ ਮਹੱਲਾ ਤੀਜਾ ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਹੈ। ਹੁਣ ਭਗਤ ਕਬੀਰ ਜੀ ਨੇ ਜਿਹੜਾ ਪਿਛਲਾ ਸ਼ਲੋਕ ਉਚਾਰਨ ਕੀਤਾ ਸੀ, ਕਬੀਰ ਜੋ ਮੈਂ ਚਿਤਵੋ ਨਾ ਕਰਿਆ ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵੇ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਕਿਸੇ ਸਿੱਖ ਨੇ ਸਵਾਲ ਕਰ ਦਿੱਤਾ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਵੀ ਕਬੀਰ ਜੀ ਤਾਂ ਆਹ ਕਹਿੰਦੇ ਨੇ ਤੇ ਫਿਰ ਬੰਦਾ ਚਿੰਤਾ ਕਿਉਂ ਕਰਦਾ, ਉਹਨੂੰ ਚਿੰਤਾ ਤੋਂ ਮੁਕਤ ਰਹਿਣਾ ਚਾਹੀਦਾ। ਤਾਂ ਭਗਤ ਜੀ ਕਹਿੰਦੇ ਬੰਦੇ ਦੇ ਵੱਸ ਦੀ ਗੱਲ ਨਹੀਂ। ਮਹੱਲਾ ਤੀਜਾ ਗੁਰੂ ਅਮਰਦਾਸ ਸੀ, ਚਿੰਤਾ ਵੀ ਫਿਕਰ ਵੀ ਵਾਹਿਗੁਰੂ ਆਪ ਹੀ ਕਰਵਾਉਂਦਾ ਹੈ। ਅਚਿੰਤ ਪੇ ਆਪੇ ਦੇ, ਜਿਹੜੀ ਚਿੰਤਾ ਤੋਂ ਰਹਿਤ ਹੋਣਾ, ਜਿਹਨੂੰ ਆਪਾਂ ਕਹਿੰਦੇ ਹਾਂ ਬੇਫਿਕਰੀ, ਬੇਪਰਵਾਹੀ ਦੀ ਅਵਸਥਾ ਵੀ ਵਾਹਿਗੁਰੂ ਆਪ ਹੀ ਦਿੰਦਾ। ਕਿਸੇ ਨੂੰ ਫਿਕਰਾਂ ਵਿੱਚ ਪਾਈ ਰੱਖਦਾ, ਕਿਸੇ ਨੂੰ ਬੇਫਿਕਰੀ ਦੀ ਅਵਸਥਾ ਬਖਸ਼ਿਸ਼ ਕਰ ਦਿੰਦਾ ਹੈ। ਨਾਨਕ ਸੋ ਸਾ ਲਾਹੀਐ ਜੇ ਸਭਨਾ ਸਾਰ ਕਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਥਵਾ ਤੀਜੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੁਰੂ ਜੋਤ ਸਾਨੂੰ ਇਹ ਉਪਦੇਸ਼ ਦੇ ਰਹੀ ਹੈ, ਨਾਨਕ ਸੋ ਸਾ ਲਾਹੀ ਹੈ, ਵੀ ਸਾਨੂੰ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੇ ਸਭਨਾ ਸਾਰ ਕਰੇ, ਜੋ ਸਾਰਿਆਂ ਦੀ ਖਬਰ ਸਾਰ ਕਰਦਾ ਅਥਵਾ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ। ਮਹੱਲਾ ਪੰਜਵਾ। ਕਬੀਰ RAM ਨਾ ਚੇਤਿਓ ਫਿਰਿਆ ਲਾਲਚ ਮਾਹੇ। ਲੋ ਉਹ ਬਾਣੀ ਭਗਤ ਕਬੀਰ ਜੀ ਦੀ ਜਦੋਂ ਗੁਰੂ ਨਾਨਕ ਸਾਹਿਬ ਕਾਂਸ਼ੀ ਵਿੱਚ ਗਏ ਸਨ ਤੇ ਉਸ ਵੇਲੇ ਭਗਤ ਕਬੀਰ ਜੀ ਦੇ ਨਾਲ ਕਈ ਦਿਨ ਪਰਮਾਰਥ ਦੇ ਸੰਬੰਧ ਵਿੱਚ ਵਿਚਾਰਾਂ ਹੁੰਦੀਆਂ ਰਹੀਆਂ। ਕਬੀਰ ਜੀ ਦੀ ਬਾਣੀ ਕਬੀਰ ਜੀ ਲਿਆਉਂਦੇ ਤੇ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਸੀ, ਜਿਹਨੂੰ ਨਾਨਕ ਬਾਣੀ ਵੀ ਆਖਿਆ ਜਾਂਦਾ, ਤੇ ਉਹ ਗੁਰੂ ਮਹਾਰਾਜ ਦੇ ਪਾਸ ਮੌਜੂਦ ਸੀ। ਕਬੀਰ ਬਾਣੀ ਤੇ ਨਾਨਕ ਬਾਣੀ ਦੋਹਾਂ ਦੇ ਉੱਤੇ ਵਿਚਾਰਾਂ ਹੁੰਦੀਆਂ ਸਨ, ਤੇ ਜਿੱਥੇ ਕਿਤੇ ਥੋੜ੍ਹਾ ਬਹੁਤ ਫਰਕ ਨਜ਼ਰ ਆਉਂਦਾ ਸੀ ਤੇ ਫਿਰ ਉੱਥੇ ਗੁਰੂ ਮਹਾਰਾਜ ਆਪਣਾ ਸਿਧਾਂਤ, ਗੁਰਮਤਿ ਦਾ ਸਿਧਾਂਤ ਪ੍ਰਗਟ ਕਰ ਦਿੰਦੇ। ਤੇ ਉਹੀ ਜਿਹੜੀ ਭਗਤਾਂ ਦੀ ਬਾਣੀ ਤੇ ਨਾਨਕ ਬਾਣੀ ਸੀ, ਗੁਰੂ ਅੰਗਦ ਦੇ ਮਹਾਰਾਜ ਨੂੰ ਪ੍ਰਾਪਤ ਹੋਈ, ਪੋਥੀ ਪਰਮੇਸ਼ਰ ਕਾ ਥਾਨ, ਪੋਥੀਆਂ ਦੇ ਰੂਪ ਦੇ ਵਿੱਚ। ਫਿਰ ਉਹੀ ਪੋਥੀਆਂ ਗੁਰੂ ਅਮਰਦਾਸ ਮਹਾਰਾਜ ਨੂੰ ਮਿਲੀਆਂ, ਜਿਨ੍ਹਾਂ ਨੂੰ ਲੈਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਗਏ। ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨੀ ਸੀ, ਇਸ ਵਾਸਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਗੁਰੂ ਘਰ ਦੇ ਵਿੱਚ ਆ ਚੁੱਕੀ ਸੀ। ਇਸੇ ਲਈ ਗੁਰੂ ਅਮਰਦਾਸ ਮਹਾਰਾਜ ਨੇ ਇਹ ਸ਼ਲੋਕ ਉਚਾਰਨ ਕੀਤਾ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਬੀਰ ਜੀ ਦੇ ਨਾਮ ਹੇਠ ਬਾਣੀ ਉਚਾਰਨ ਕਰਦੇ ਨੇ। ਕਬੀਰ RAM ਨਾ ਚੇਤਿਓ। ਕਬੀਰ ਭਗਤ ਜੀ ਕਹਿੰਦੇ ਨੇ ਭਾਈ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਸੀ, ਪਰ ਉਸ ਨੂੰ ਕਦੀ ਚੇਤੇ ਨਹੀਂ ਕੀਤਾ ਤੇ ਹੋਰ ਹੀ ਚਿੰਤਾ ਦੇ ਵਿੱਚ ਫਸਿਆ ਰਿਹਾ, ਫਿਰਿਆ ਲਾਲਚ ਮਾਹੇ। ਹਰ ਆਦਮੀ, ਸੰਸਾਰੀ ਮਨੁੱਖ ਲਾਲਚ ਵਿੱਚ ਹੀ ਇੱਧਰ ਉੱਧਰ ਭਟਕਦਾ ਰਿਹਾ। ਪਾਪ ਕਰੰਤਾ ਮਰ ਗਿਆ ਔਦ ਪੁੰਨੀ ਖਿਨ ਮਾਹੇ। ਲਓ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਹ ਵੀ ਕਬੀਰ ਜੀ ਦਾ ਸਿਧਾਂਤ ਹੈ ਵੀ ਵਾਹਿਗੁਰੂ ਨੂੰ ਚੇਤੇ ਕਰਨਾ ਸੀ, ਉਹਨੂੰ ਕੀਤਾ ਨਹੀਂ। ਇਹ ਮਨੁੱਖ ਲਾਲਚ ਦੇ ਵਿੱਚ ਹੀ ਲੱਗਿਆ ਹੋਇਆ ਸਮਾਂ ਬਰਬਾਦ ਕਰਦਾ ਰਿਹਾ, ਆਖੀਰ ਪਾਪ ਕਰੰਤਾ ਮਰ ਗਿਆ। ਲੋਭ ਲਾਲਚ ਦੇ ਵਸ ਆਦਮੀ ਪਾਪ ਕਰਦਾ, ਝੂਠ ਬੋਲਣਾ,
ਠੱਗੀ ਮਾਰਨੀ, ਧੋਖਾ ਕਰਨਾ, ਕਿਸੇ ਦਾ ਹੱਕ ਖੋਹਣਾ, ਇਹੋ ਜਿਹੇ ਪਾਪ ਕਰਮ ਕਰਦਾ ਹੋਇਆ ਮਰ ਗਿਆ। ਔਦ ਪੁੰਨੀ ਖਿਨ ਮਾਹੇ, ਅਤੇ ਜਿਹੜੀ ਜਿੰਨੀ ਉਮਰ ਵਾਹਿਗੁਰੂ ਨੇ ਦਿੱਤੀ ਸੀ ਉਹ ਖਿਨ ਦੇ ਵਿੱਚ ਹੀ, ਅੱਖ ਦੇ ਫੋਰੇ ਦੇ ਵਿੱਚ ਹੀ, ਪੁੰਨੀ ਦਾ ਅਰਥ ਹੈ ਪੂਰੀ ਹੋ ਗਈ, ਮੁੱਕ ਗਈ। ਇਹਦਾ ਮਤਲਬ ਇਹ ਹੈ ਆਦਮੀ ਜਦੋਂ ਧੰਦਿਆਂ ਦੇ ਵਿੱਚ ਖਲਜਗਨ ਦੇ ਵਿੱਚ ਫਸਿਆ ਹੁੰਦਾ ਹੈ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਸਾਰੀ ਉਮਰ ਕਦੋਂ ਬੀਤ ਜਾਂਦੀ ਹੈ। ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ। ਲੋਕ ਕਬੀਰ ਭਗਤ ਜੀ ਅੱਗੇ ਫਿਰ ਉਪਦੇਸ਼ ਦਿੰਦੇ ਨੇ, ਵੈਰਾਗਮਈ ਉਪਦੇਸ਼ ਹੈ। ਕੀ ਆਖਦੇ ਨੇ? ਕਬੀਰ ਕਾਇਆ ਕਾਚੀ ਕਾਰਵੀ, ਇਹ ਜਿਹੜੀ ਕਾਇਆ ਦੇਹ ਹੈ ਇਹ ਕੱਚੀ ਕਾਰਵੀ ਦਾ ਅਰਥ ਹੈ ਛੋਟਾ ਲੋਟਾ। ਜਿਵੇਂ ਮਿੱਟੀ ਦੇ ਕੋਈ ਭਾਂਡੇ ਬਣਾਏ ਜਾਂਦੇ ਸਨ। ਹੁਣ ਜਿਹੜਾ ਕਾਰਵੀ ਸ਼ਬਦ ਇਸਤਰੀ ਲਿੰਗ ਹੈ ਅਤੇ ਪੰਜਾਬੀ ਵਿੱਚ ਇਹਨੂੰ ਆਪਾਂ ਕਵਾਂਗੇ ਤੌੜੀ ਅਤੇ ਹਿੰਦੀ ਵਿੱਚ ਇਹਨੂੰ ਕਵਾਂਗੇ ਹਾਂਡੀ। ਇਹ ਸਰੀਰ ਕੱਚੀ ਗਾਗਰ ਵਾਂਗ ਹੈ, ਕਾਚੀ ਗਾਗਰ ਦੇਹ ਦੁਹੇਲੀ। ਇਹ ਕੱਚੀ ਤੌੜੀ ਵਾਂਗ ਹੈ, ਅਥਵਾ ਇਹ ਜਿਹੜੀ ਦੇਹ ਹੈ ਕਾਚੀ ਕਾਰਵੀ, ਇਹ ਜਿਹੜੀ ਕੱਚੀ ਤੇ ਕੋਰੀ ਗਾਗਰ ਵਾਂਗ ਹੈ। ਕੇਵਲ ਕਾਚੀ ਧਾਤ, ਤੇ ਇਹ ਜਿਹੜੀ ਦੇਹ ਹੈ ਕੇਵਲ ਕੱਚੀ ਧਾਤ ਦੀ ਬਣੀ ਹੋਈ ਹੈ। ਮਾਂ ਕੀ ਰਖਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਕਰਿਆ ਕਰ। ਇਸ ਢੰਗ ਦੇ ਨਾਲ ਇਹ ਕੱਚੀ ਧਾਤ ਤੋਂ ਸਾਡੀ ਦੇਹ ਬਣੀ ਹੋਈ ਹੈ। ਸਾਬਤ ਰਖੈ ਤਾ ਰਾਮ ਭਜ, ਨਾਹੇ ਤਾ ਬਿਨਠੀ ਬਾਤ। ਲੋ ਭਗਤ ਜੀ ਕਹਿੰਦੇ ਨੇ, ਐ ਬੰਦਿਆ ਜੇ ਤੂੰ ਇਸ ਕੱਚੀ ਕਾਰਵੀ ਕੱਚੀ ਹਾਂਡੀ ਦੇਹ ਨੂੰ ਸਾਬਤ ਰੱਖੈਂ, ਸਾਬਤ ਰੱਖਣਾ ਚਾਹੁੰਦਾ, ਸਹੀ ਸਲਾਮਤ ਬਚਾਉਣਾ ਚਾਹੁੰਦਾ ਹੈ ਤਾਂ ਰਾਮ ਭਜ, ਫਿਰ ਵਾਹਿਗੁਰੂ ਦਾ ਭਜਨ ਕਰ। ਨਾ ਹੈ ਤਾਂ ਬੈਂਠੀ ਬਾਤ, ਨਹੀਂ ਤੇ ਪਾਈ ਗੱਲਬਾਤ ਖਰਾਬ ਹੋ ਜਾਵੇਗੀ, ਨਹੀਂ ਤੇ ਫਿਰ ਗੱਲਬਾਤ ਵਿਗੜ ਜਾਵੇਗੀ। ਜੇ ਤੂੰ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਦਾ ਨਾਮ ਨਾ ਜਪਿਆ, ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨਾ ਲਾਗਾ ਠਣਕਾ, ਫਿਰ ਪਤਾ ਨਹੀਂ ਇਹ ਕੱਚੀ ਘੜੀ ਵਾਂਗ ਦੇਹ ਨੇ ਕਦੋਂ ਟੁੱਟ ਜਾਣਾ ਹੈ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ। ਕੋਈ ਪ੍ਰੇਮੀ ਆਇਆ ਭਗਤ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਤੁਸੀਂ ਦੱਸੋ ਬਈ ਭਜਨ ਕਿੰਨਾ ਕੁ ਚਿਰ ਕਰਨਾ ਚਾਹੀਦਾ। ਕਈ ਪ੍ਰੇਮੀ ਸਾਧੂ ਮਹਾਤਮਾ ਕੋਲ ਜਾਂਦੇ ਨੇ ਤੇ ਇਹ ਸਵਾਲ ਕਰਦੇ ਨੇ ਜੀ ਕਿੰਨੀ ਕੁ ਬਾਣੀ ਪੜ੍ਹੀਏ, ਕਿੰਨਾ ਕੁ ਨਿਤਨੇਮ ਕਰੀਏ, ਕਿੰਨਾ ਕੁ ਭਜਨ ਪਾਠ ਕਰੀਏ। ਭਾਈ ਸਤਿਗੁਰੂ ਦਾ ਹੁਕਮ ਤਾਂ ਇਹ ਹੈ, ਸਾਸ ਸਾਸ ਸਿਮਰਾ ਗੋਬਿੰਦ, ਅਠੇ ਪਹਿਰ ਇਕਤਾ ਲਿਵੈ, ਮੰਨੇਨ ਹੁਕਮਾ ਪਾਰ। ਜੋ ਸਾਸ ਗਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੇ। ਕਬੀਰ ਭਗਤ ਜੀ ਵੀ ਇਹੀ ਫਰਮਾਉਂਦੇ ਨੇ, ਕਬੀਰ ਕੇਸੋ ਕੇਸੋ ਕੂਕੀਆ, ਨਾ ਸੋਈਐ ਆਸਾਰ। ਆਸਾਰ ਦਾ ਅਰਥ ਹੈ ਬੇਸੰਭਾਲ ਹੋ ਕੇ, ਬੇਪਰਵਾਹ ਹੋ ਕੇ ਕਦੇ ਨਾ ਸੌਵੋ। ਰਾਤ ਨੂੰ ਵੀ ਦਿਨੇ ਵੀ ਜਦੋਂ ਤੁਸੀਂ ਜਾਗਦੇ ਹੋ, ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਅਰਥ ਹੈ ਕੇਸਾ ਧਾਰੀ, ਸੁੰਦਰ ਕੇਸਾਂ ਵਾਲਾ ਅਕਾਲ ਪੁਰਖ ਹੈ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਤੂੰ ਕੇਸੋ ਕੇਸੋ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕੂਕਿਆ ਕਰੋ। ਭਾਵ ਐਵੇਂ ਨਾ ਗਾਫਲਤਾਈ ਦੀ ਨੀਂਦ ਵਿੱਚ, ਮੋਹ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਰਵੋ, ਅਤੇ ਜਦੋਂ ਵੀ ਤੁਹਾਡੀ ਸੁਰਤ ਜਾਗਦੀ ਹੈ ਤੇ ਉਸ ਵੇਲੇ ਵਾਹਿਗੁਰੂ ਦਾ ਨਾਮ ਜਪਿਆ ਕਰੋ। ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਲੋ ਭਗਤ ਜੀ ਕਹਿੰਦੇ ਨੇ, ਰਾਤ ਦਿਨ ਹੀ ਤੁਹਾਨੂੰ ਭਜਨ ਕਰਨਾ ਚਾਹੀਦਾ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਨਹੀਂ ਤੇ ਤਿਲ ਤਿਲ ਕਰਕੇ, ਰੱਤੀ ਰੱਤੀ ਕਰਕੇ ਇਸ ਨੂੰ ਕੱਟਿਆ ਜਾਵੇਗਾ। ਰਾਤ ਦਿਨ ਵਾਹਿਗੁਰੂ ਦਾ ਨਾਮ ਜਪੋ, ਇਹਦਾ ਕੀ ਫਲ ਹੋਵੇਗਾ? ਰਾਤ ਦਿਨ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਕਬਹੂ ਕੇ ਸੁਣੈ ਪੁਕਾਰ, ਤੇ ਕਦੇ ਤਾਂ ਵਾਹਿਗੁਰੂ ਤੁਹਾਡੀ ਫਰਿਆਦ ਸੁਣੇਗਾ ਨਾ। ਇਹਦਾ ਮਤਲਬ ਇਹ ਹੈ ਬਈ ਤੁਸੀਂ ਭਰੋਸਾ ਦ੍ਰਿੜ ਰੱਖੋ, ਭਜਨ ਪਾਠ ਕਰਦੇ ਰਹੋ, ਦਿਨੇ ਵੀ ਰਾਤ ਵੀ ਜਦੋਂ ਵੀ ਸਮਾਂ ਮਿਲਦਾ ਹੈ ਬਾਣੀ ਪੜ੍ਹੀ ਚੱਲੋ ਤੇ ਵਾਹਿਗੁਰੂ ਦਾ ਨਾਮ ਜਪੀ ਚੱਲੋ।
ਤੇ ਫਿਰ ਜਦੋਂ ਰਾਤ ਦਿਨ ਤੁਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰੋਗੇ, ਬਾਣੀ ਪੜ੍ਹਦੇ ਰਹੋਗੇ, ਨਾਮ ਜਪਦੇ ਰਹੋਗੇ, ਤੇ ਕਦੇ ਤਾਂ ਵਾਹਿਗੁਰੂ ਤੁਹਾਡੀ ਫਰਿਆਦ ਸੁਣੇਗਾ ਨਾ। ਤੇ ਜਦੋਂ ਸੁਣੀ ਗਈ ਤੇ ਫਿਰ ਤੁਸੀਂ ਉਸ ਦੇ ਦਰ ਪ੍ਰਵਾਨ ਹੋ ਜਾਵੋਗੇ। ਕਬੀਰ ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮੈਂ ਮੰਤ। ਲੋ ਕਬੀਰ ਭਗਤ ਜੀ ਹੁਣ ਅੱਗੇ ਦ੍ਰਿਸ਼ਟਾਂਤ ਦੇ ਕੇ ਸਾਡੇ ਮਨ ਦੀ ਹਾਲਤ ਬਿਆਨ ਕਰਦੇ ਹਨ। ਕਜਲੀ ਬਨ ਹਰਿਦੁਆਰ ਤੇ ਰਿਸ਼ੀਕੇਸ਼ ਦੇ ਨੇੜੇ ਇੱਕ ਜੰਗਲ ਦਾ ਨਾਮ ਹੈ, ਉਸ ਨੂੰ ਕਜਲੀ ਬਨ ਕਹਿੰਦੇ ਨੇ। ਉਸ ਕਜਲੀ ਬਨ ਦੇ ਵਿੱਚ ਹਾਥੀ ਰਹਿੰਦੇ ਨੇ, ਜਾਂ ਕਜਲੀ ਬਨ ਦਾ ਅਰਥ ਕੇਲਿਆਂ ਦਾ ਜੰਗਲ, ਕੇਲਿਆਂ ਦਾ ਜੰਗਲ ਹੈ ਜਿੱਥੇ ਹਾਥੀ ਰਹਿੰਦੇ ਨੇ, ਕਿਉਂਕਿ ਹਾਥੀ ਨੂੰ ਕੇਲੇ ਦੇ ਪੱਤੇ ਉਹਦੀ ਮਨ ਭਾਉਂਦੀ ਖੁਰਾਕ ਹੈ, ਮਨ ਭਾਉਂਦਾ ਆਹਾਰ ਹੈ। ਉੱਥੇ ਹਾਥੀ ਬਹੁਤ ਰਹਿੰਦੇ ਨੇ। ਕਬੀਰ ਕਾਇਆ ਕਜਲੀ ਬਨ ਪਿਆ। ਕਬੀਰ ਭਗਤ ਜੀ ਕਹਿੰਦੇ ਨੇ ਇਹ ਸਾਡੀ ਦੇਹ ਕਜਲੀ ਬਨ ਵਾਂਗ ਬਣਿਆ ਹੋਇਆ ਹੈ, ਇਹ ਸਾਡਾ ਸਰੀਰ ਕਜਲੀ ਬਨ ਬਣਿਆ ਹੋਇਆ ਹੈ। ਮਨ ਕੁੰਚਰ ਮੈਂ ਮੰਤ, ਇਹ ਮਨ ਸਾਡਾ ਹਾਥੀ ਵਾਂਗ ਇਹਦੇ ਵਿੱਚ ਵਿਚਰ ਰਿਹਾ ਹੈ। ਤੇ ਮੈਂ ਮੰਤ, ਮੈਂ ਦਾ ਅਰਥ ਹੈ ਸ਼ਰਾਬ, ਤੇ ਮੰਤ ਦਾ ਅਰਥ ਹੈ ਮਸਤ ਹੋ ਜਾਣਾ। ਇਹ ਮਤ ਸ਼ਬਦ ਤੋਂ ਮੰਤ ਬਣੇ ਕਾਵ ਰਚਨਾ ਦੇ ਅਨੁਸਾਰ। ਮੈਂ ਮੰਤ ਤੇ ਸਾਡਾ ਮਨ ਰੂਪੀ ਹਾਥੀ ਹੰਕਾਰ ਦੀ ਮੋਹ ਮਮਤਾ ਦੀ ਸ਼ਰਾਬ ਪੀ ਕੇ ਮਸਤ ਹੋਇਆ ਫਿਰ ਰਿਹਾ ਹੈ। ਅੰਕਸ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਇਹ ਮਨ ਹਾਥੀ ਵਾਂਗੂ ਸ਼ਰਾਬੀ ਹੋਇਆ ਫਿਰ ਰਿਹਾ ਹੈ, ਨੁਕਸਾਨ ਕਰ ਰਿਹਾ ਹੈ। ਅੰਕਸ ਗਿਆਨ ਰਤਨ ਹੈ, ਜਿਹੜਾ ਗੁਰੂ ਦਾ ਬਖਸ਼ਿਆ ਗਿਆਨ ਹੈ, ਜਿਹੜਾ ਰਤਨ ਵਾਂਗੂ ਬੇਸ਼ਕੀਮਤੀ ਹੈ, ਬੜਾ ਉੱਤਮ ਹੈ, ਉਹ ਅੰਕਸ ਕੁੰਡਾ ਹੈ। ਜਿਵੇਂ ਮੁਹਾਵਤ ਦੇ ਹੱਥ ਵਿੱਚ ਕੁੰਡਾ ਹੁੰਦਾ ਹੈ ਨਾ, ਤੇ ਫਿਰ ਉਹ ਮਸਤ ਹਾਥੀ ਨੂੰ ਵੀ ਕਾਬੂ ਕਰ ਲੈਂਦਾ। ਇਹ ਮਨ ਸ਼ਰਾਬੀ ਹਾਥੀ ਵਾਂਗੂ ਬੇਕਾਬੂ ਹੋਇਆ ਹੋਇਆ। ਗੁਰੂ ਦੇ ਗਿਆਨ ਦਾ ਅੰਕਸ ਜਿਸ ਨੇ ਹੱਥ ਵਿੱਚ ਫੜ ਲਿਆ, ਉਹੀ ਇਸ ਮਨ ਰੂਪੀ ਹਾਥੀ ਨੂੰ ਵਸ ਕਰ ਸਕਦਾ ਹੈ। ਖੇਵਟ ਬਿਰਲਾ ਸੰਤ, ਪਰ ਇਹੋ ਜਿਹਾ ਸੰਤ, ਇਹੋ ਜਿਹਾ ਮਹਾਂਪੁਰਖ ਕੋਈ ਵਿਰਲਾ ਹੋਵੇਗਾ ਜਿਹੜਾ ਖੇਵਟ ਦਾ ਅਰਥ ਹੈ ਜਿਹੜਾ ਮਲਾਹ ਹੋ ਕੇ ਉਸ ਹਾਥੀ ਨੂੰ ਤੋਰ ਸਕਦਾ ਹੋਵੇ। ਹੁਣ ਮਲਾਹ ਤੇ ਬੇੜੀ ਨੂੰ ਚਲਾਉਂਦਾ ਹੈ, ਇੱਥੇ ਖੇਵਟ ਦਾ ਅਰਥ ਪ੍ਰਕਰਨ ਦੇ ਅਨੁਸਾਰ ਬਣੇਗਾ ਮੁਹਾਵਤ। ਮਲਾਹ ਬੇੜੀ ਨੂੰ ਚਲਾਉਂਦਾ ਹੈ ਤੇ ਮੁਹਾਵਤ ਹਾਥੀ ਨੂੰ ਤੋਰਦਾ, ਕੰਮ ਇੱਕੋ ਹੀ ਕਰਦੇ ਨੇ। ਇਸੇ ਲਈ ਖੇਵਟ ਸ਼ਬਦ ਇੱਥੇ ਭਗਤ ਜੀ ਨੇ ਵਰਤਿਆ ਹੈ ਵੀ ਉਹ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਦੇ ਗਿਆਨ ਦਾ ਕੁੰਡਾ ਹੱਥ ਵਿੱਚ ਫੜਿਆ ਹੁੰਦਾ ਹੈ, ਫਿਰ ਉਹ ਮਨ ਰੂਪੀ ਹਾਥੀ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਂਦੇ ਨੇ। ਉਹਨਾਂ ਦਾ ਮਨ ਬੇਕਾਬੂ ਹੋ ਕੇ ਨੁਕਸਾਨ ਨਹੀਂ ਕਰਦਾ, ਜਿਵੇਂ ਉਹ ਚਾਹੁੰਦੇ ਨੇ ਉਸੇ ਤਰ੍ਹਾਂ ਉਹਨਾਂ ਦਾ ਮਨ ਆਖੇ ਲੱਗਦਾ ਹੈ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰਖ ਆਗੈ ਖੋਲ। ਲੋ ਕਬੀਰ ਭਗਤ ਜੀ ਕਹਿੰਦੇ ਨੇ ਮਹਾਤਮ ਜਨਾਂ ਨੂੰ ਉਪਦੇਸ਼ ਦਿੰਦੇ ਨੇ। ਹੁਣ ਕਈ ਐਸੇ ਮਹਾਤਮਾ ਨੇ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਹੁੰਦਾ ਹੈ। ਨਾਮ ਇੱਕ ਕੀਮਤੀ ਰਤਨ ਹੈ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥ। ਕਬੀਰ ਰਾਮ ਰਤਨ, ਉਹ ਮਹਾਂਪੁਰਖ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰਤਨ ਵਸਿਆ ਹੋਇਆ ਹੈ। ਤੇ ਆਹ ਜਿਹੜਾ ਸਾਡਾ ਮੁਖ ਹੈ, ਇਹ ਕੋਥਰੀ ਦਾ ਅਰਥ ਹੈ ਕੋਠੀ ਵਾਂਗ ਹੈ। ਮਹਾਂਪੁਰਖਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੁੰਦਾ ਹੈ ਤੇ ਮੁਖ ਤੋਂ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਨੇ। ਠੀਕ ਹੈ, ਆਪਣੇ ਲਈ ਜਪਣਾ ਵੱਖਰੀ ਗੱਲ ਹੈ, ਪਰ ਜਦੋਂ ਆਪਾਂ ਦੂਜਿਆਂ ਨੂੰ ਉਪਦੇਸ਼ ਦਿੰਦੇ ਹਾਂ ਤੇ ਉਸ ਵੇਲੇ ਵੀ ਮੁਖ ਤੋਂ ਬੋਲ ਕੇ ਹੀ ਉਪਦੇਸ਼ ਦਿੱਤਾ ਜਾਂਦਾ। ਜਿਵੇਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਫਿਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਖਲੋ ਕੇ ਉੱਚੀ ਬੋਲ ਕੇ ਸਾਨੂੰ ਗੁਰ ਮੰਤਰ, ਮੂਲ ਮੰਤਰ ਦ੍ਰਿੜ ਕਰਾਉਂਦੇ ਨੇ ਤੇ ਨਾਲ ਸਿੱਖਿਆ ਵੀ ਦਿੰਦੇ ਨੇ। ਇਹ ਮੂੰਹ ਕੋਥਰੀ ਦਾ ਅਰਥ ਵੀ ਕੋਠੀ ਵਾਂਗ ਹੈ। ਵਾਹਿਗੁਰੂ ਦਾ ਨਾਮ ਰਤਨ ਹੈ, ਮੂੰਹ ਕੋਠੀ ਵਾਂਗ ਹੈ। ਪਾਰਖ ਆਗੈ ਖੋਲ, ਭਗਤ ਜੀ ਕਹਿੰਦੇ ਜਿਹੜਾ ਪਾਰਖ ਹੋਵੇ,
ਸਿੱਖੀ ਦਾ ਨਾਮ ਦਾ ਅਧਿਕਾਰੀ ਹੋਵੇ, ਉਹਦੇ ਸਾਹਮਣੇ ਆਪਣਾ ਮੂੰਹ ਖੋਲ੍ਹੋ। ਤੁਹਾਡੇ ਅੰਦਰ ਨਾਮ ਦਾ ਰਤਨ ਹੈ ਅਤੇ ਉਸ ਨਾਮ ਦੇ ਰਤਨ ਨੂੰ ਹਰ ਕੋਈ ਨਹੀਂ ਖਰੀਦ ਸਕਦਾ। ਹੀਰੇ ਰਤਨਾਂ ਦੇ ਵਪਾਰੀ ਬਹੁਤ ਘੱਟ ਹੁੰਦੇ ਨੇ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੁ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਪਰਮੇਸ਼ਰ ਦੇ ਨਾਮ ਦੇ ਵਪਾਰੀ ਵਿਰਲੇ ਨੇ। ਇਸੇ ਲਈ ਭਗਤ ਜੀ ਕਹਿੰਦੇ ਨੇ, ਜੇ ਤੁਹਾਨੂੰ ਵਾਹਿਗੁਰੂ ਨੇ ਨਾਮ ਦਾ ਰਤਨ ਬਖਸ਼ਿਸ਼ ਕੀਤਾ ਹੋਇਆ ਅਤੇ ਮੂੰਹ ਤੁਹਾਡਾ ਕੋਠੀ ਵਾਂਗ ਹੈ, ਜਾਂ ਕੋਥਰੀ ਦਾ ਅਰਥ ਉਹ ਥੈਲੀ, ਉਹ ਗੁਥਲੀ ਜਿਹਦੇ ਵਿੱਚ ਰਤਨ ਸੰਭਾਲ ਕੇ ਰੱਖਿਆ ਹੋਵੇ, ਅਤੇ ਉਹ ਤੁਸੀਂ ਕਿਸੇ ਪਾਰਖੂ ਦੇ ਅੱਗੇ ਖੋਲ੍ਹੋ, ਜਿਹੜਾ ਨਾਮ ਦਾ ਅਧਿਕਾਰੀ ਹੋਵੇ, ਨਾਮ ਦਾ ਗਾਹਕ ਹੋਵੇ, ਜਿਸ ਨੂੰ ਨਾਮ ਦੀ ਕਦਰੋ ਕੀਮਤ ਦਾ ਪਤਾ ਹੋਵੇ, ਉਹਦੇ ਪਾਸੇ ਆਪਣੀ ਗੁਥਲੀ ਦਾ ਮੂੰਹ ਖੋਲ੍ਹੋ। ਕੋਈ ਆਏ ਮਿਲੈ ਗੋ ਗਾਹਕੀ, ਲੇਗੋ ਮਹਿਗੇ ਮੋਲ। ਕਿਉਂਕਿ ਜੇ ਕੋਈ ਪਾਰਖੂ ਆਵੇਗਾ, ਜਿਸ ਨੇ ਖਰੀਦਣਾ ਹੋਵੇ, ਉਹਨੂੰ ਗਾਹਕ ਕਹਿੰਦੇ ਨੇ। ਵੀ ਜੇ ਕੋਈ ਪਰਖ ਵਾਲਾ ਗਾਹਕੀ ਗਾਹਕ ਆਵੇਗਾ, ਕੋਈ ਆਏ ਮਿਲੈ ਗੋ ਗਾਹਕੀ, ਵੀ ਜਿਹੜਾ ਕੋਈ ਪਰਖ ਵਾਲਾ ਪਾਰਖੂ ਗਾਹਕ ਆ ਕੇ ਤੁਹਾਨੂੰ ਮਿਲੇਗਾ, ਲੇਗੋ ਮਹਿੰਗੇ ਮੁੱਲ, ਤੇ ਫਿਰ ਮਹਿੰਗੇ ਮੁੱਲ ਤੁਹਾਡੇ ਪਾਸੋਂ ਰਤਨ ਖਰੀਦ ਲਵੇਗਾ। ਬਹੁਤੇ ਲੋਕਾਂ ਨੂੰ ਤਾਂ ਨਾਮ ਦੀ ਕੀਮਤ ਦਾ ਪਤਾ ਹੀ ਨਹੀਂ। ਇੱਕ ਵਾਰੀ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ, ਕਹਿਣ ਲੱਗਾ, ਮੈਨੂੰ ਇੰਨਾ ਸਮਾਂ ਹੋ ਗਿਆ, ਮੈਂ ਤੁਹਾਡੇ ਨਾਲ ਕੀਰਤਨ ਦੀ ਸੇਵਾ ਕਰਦਾ ਹਾਂ, ਤੁਸੀਂ ਮੈਨੂੰ ਦਿੱਤਾ ਤੇ ਹੁਣ ਤਾਂ ਕੁਝ ਵੀ ਨਹੀਂ। ਮੈਂ ਤੇ ਨਿਸ਼ਕਾਮ ਸੇਵਾ ਕਰ ਰਿਹਾ ਹਾਂ, ਤੁਹਾਡਾ ਫਰਜ਼ ਹੈ ਕੁਛ ਮੈਨੂੰ ਵੀ ਦੇਣਾ, ਮੇਰੇ ਬਾਰੇ ਵੀ ਸੋਚਣਾ, ਮੇਰਾ ਵੀ ਪਰਿਵਾਰ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਵੀ ਭਾਈ ਮਰਦਾਨੇ ਦੇ ਮਨ ਦੇ ਵਿੱਚ ਮਾਇਆ ਦਾ ਲਾਲਚ ਪੈਦਾ ਹੋ ਗਿਆ। ਕਹਿਣ ਲੱਗੇ, 10 ਮਰਦਾਨਿਆਂ ਕੀ ਚਾਹੀਦਾ? ਕਹਿੰਦਾ, ਮਹਾਰਾਜ ਜਿਹੜੀ ਸਭ ਤੋਂ ਕੀਮਤੀ ਵਸਤੂ ਹੋਵੇ ਉਹ ਮੈਨੂੰ ਦਿਓ। ਅਤੇ ਗੁਰੂ ਮਹਾਰਾਜ ਨੇ ਇੱਕ ਲਾਲ ਉਹਨੂੰ ਦੇ ਦਿੱਤਾ, ਇੱਕ ਰਤਨ ਦੇ ਦਿੱਤਾ, ਇੱਕ ਹੀਰਾ ਦੇ ਦਿੱਤਾ। ਅਤੇ ਜਦੋਂ ਉਹ ਲਾਲ ਦਿੱਤਾ, ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਇੱਕ ਪੱਥਰ ਦਾ ਹੀ ਮਣਕਾ ਨਜ਼ਰ ਆਉਂਦਾ। ਸਤਿਗੁਰੂ ਕਹਿਣ ਲੱਗੇ, ਇਹਦਾ ਮੁੱਲ ਪਵਾ ਕੇ ਆ, ਫਿਰ ਤੈਨੂੰ ਪਤਾ ਲੱਗੇਗਾ ਕਿੰਨਾ ਕੀਮਤੀ ਹੈ। ਭਾਈ ਮਰਦਾਨਾ ਮੁੱਲ ਪਾਉਣ ਵਾਸਤੇ ਚਲਿਆ ਗਿਆ। ਇਹ ਬਿਸ਼ੰਬਰਪੁਰ ਦੀ ਘਟਨਾ ਹੈ, ਜਿਸ ਨੂੰ ਹੁਣ ਪਟਨਾ ਸਾਹਿਬ ਦੇ ਨਾਮ ਦੇ ਨਾਲ ਅਸੀਂ ਯਾਦ ਕਰਦੇ ਹਾਂ। ਪਹਿਲਾਂ ਇੱਕ ਮਾਈ ਦੇ ਘਰ ਗਿਆ, ਦਸਤਕ ਦਿੱਤੀ, ਉਹਨੇ 1 ਬੁੱਕ ਆਟੇ ਦਾ ਮੁੱਲ ਪਾਇਆ। ਬਜਾਜ ਕੋਲ ਚਲਿਆ ਗਿਆ, ਹੁਣ 1 ਰੁਪਇਆ ਮੁੱਲ ਪਾ ਦਿੱਤਾ। ਉਸ ਵੇਲੇ ਰੁਪਏ ਦੀ ਕੀਮਤ ਬੜੀ ਹੁੰਦੀ ਸੀ। ਅਤੇ ਫਿਰ ਇੱਕ ਸ਼ਾਹੂਕਾਰ ਕੋਲ ਚਲਿਆ ਗਿਆ ਅਤੇ ਉਹਨੇ 100 ਰੁਪਇਆ ਮੁੱਲ ਪਾ ਦਿੱਤਾ। ਫਿਰ ਸਾਲਸਰਾਏ ਜੌਹਰੀ ਦੇ ਪਾਸ ਪੁੱਜਿਆ, ਜਿੱਥੇ ਹੁਣ ਕਲਗੀਧਰ ਪਾਤਸ਼ਾਹ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ਾਹਿਨ ਸ਼ਾਹ, ਗੁਰੂ ਗੋਬਿੰਦ ਸਿੰਘ ਉਹਨਾਂ ਦਾ ਜਨਮ ਸਥਾਨ ਹੈ। ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਉੱਥੇ ਸਾਲਸਰਾਏ ਜੌਹਰੀ ਦਾ ਘਰ ਸੀ। ਉੱਥੇ ਭਾਈ ਮਰਦਾਨਾ ਪਹੁੰਚਿਆ ਅਤੇ ਉਹਨੇ ਜਦੋਂ ਲਾਲ ਦੀ ਪਰਖ ਕੀਤੀ, ਲਾਲ ਬੇਸ਼ਕੀਮਤੀ ਸੀ, ਅਤੇ ਉਹਨੇ 100 ਰੁਪਇਆ ਦਰਸ਼ਨੀ ਭੇਟਾ ਦਾ ਦਿੱਤਾ, ਨਾਲੇ ਲੰਗਰ ਪਾਣੀ ਛਕਾਇਆ, ਬੜੇ ਪ੍ਰੇਮ ਦੇ ਨਾਲ ਇਹਦੀ ਹੋਰ ਸੇਵਾ ਵੀ ਕੀਤੀ, ਬਸਤਰ ਵੀ ਦਿੱਤੇ। ਅਤੇ ਫਿਰ ਇਹਨੂੰ ਕਹਿਣ ਲੱਗਾ, ਭਰਾਵਾ ਇਹ ਜਿਹੜਾ ਲਾਲ ਹੈ ਇੰਨਾ ਕੀਮਤੀ ਹੈ, ਇਹਦਾ ਮੁੱਲ ਮੇਰੇ ਕੋਲ ਹੈ ਹੀ ਨਹੀਂ ਕਿ ਮੈਂ ਦੇ ਕੇ ਖਰੀਦ ਸਕਾਂ। ਮੈਂ ਤੇਰੇ ਨਾਲ ਧੋਖਾ ਨਹੀਂ ਕਰਨਾ ਚਾਹੁੰਦਾ। ਇਹ ਜਿਹੜਾ ਬੇਸ਼ਕੀਮਤੀ ਲਾਲ ਹੈ, ਵੀ ਮੈਂ ਤੇਰੇ ਕੋਲੋਂ ਧੋਖੇ ਦੇ ਨਾਲ ਥੋੜ੍ਹੀ ਜਿਹੀ ਮਾਇਆ ਦੇ ਕੇ ਖਰੀਦ ਲਵਾਂ। ਇਹ ਲਾਲ ਅਮੋਲਕ ਹੈ, ਇਹਨੂੰ ਸੰਭਾਲ ਕੇ ਰੱਖ। ਭਾਈ ਮਰਦਾਨਾ ਬੜਾ ਖੁਸ਼ ਹੈ, ਗੁਰੂ ਮਹਾਰਾਜ ਦੇ ਕੋਲ ਆਇਆ, ਕਹਿੰਦਾ, ਮਹਾਰਾਜ ਹੁਣ ਇਸ ਲਾਲ ਦੀ ਕੀਮਤ ਦਾ ਮੈਨੂੰ ਪਤਾ ਲੱਗ ਗਿਆ, ਬੜਾ ਅਮੋਲਕ ਹੈ। ਸਾਲਸਰਾਏ ਜੌਹਰੀ ਨੇ ਆਖਿਆ ਵੀ ਇਹਦਾ ਮੁੱਲ ਮੇਰੇ ਕੋਲ ਹੈ ਹੀ ਨਹੀਂ, ਮੈਂ ਦੇ ਨਹੀਂ ਸਕਦਾ। ਇਹ ਲੱਖਾਂ ਕਰੋੜਾਂ ਦਾ ਵੀ ਹੋ ਸਕਦਾ, ਇੰਨੀ ਮੇਰੇ ਕੋਲ ਪੂੰਜੀ ਨਹੀਂ ਮੈਂ ਤੈਨੂੰ ਦੇ ਸਕਾਂ ਇਹਦਾ ਮੁੱਲ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮਰਦਾਨਿਆਂ, ਇਹ ਲਾਲ ਇੱਕ ਪੱਥਰ ਦਾ ਹੀ ਮਣਕਾ ਹੈ, ਪਰ ਜਿਹੜਾ ਅਸਲੀ ਲਾਲ ਹੈ
ਉਹ ਪਰਮੇਸ਼ਰ ਦਾ ਨਾਮ ਹੈ। ਕੀਰਤਨ ਨਰਮੋਲਕ ਹੀਰਾ, ਅਸੀਂ ਉਹ ਤੈਨੂੰ ਬਖਸ਼ਿਸ਼ ਕੀਤਾ ਹੋਇਆ, ਹੁਣ ਤੂੰ ਵੇਖ ਇਹਨੂੰ ਰੱਖਣਾ ਸੰਭਾਲ ਕੇ ਜਾਂ ਇਹਨੂੰ ਵੇਚਣਾ ਜਾਂ ਕਿਸੇ ਨੂੰ ਦੇਣਾ ਹੈ। ਭਾਈ ਮਰਦਾਨੇ ਨੂੰ ਗੁੱਝੀ ਰਮਝ ਮਾਰੀ ਅਤੇ ਚਰਨਾਂ 'ਤੇ ਟਹਿ ਪਿਆ, ਕਹਿਣ ਲੱਗਾ, ਸੱਚੇ ਪਾਤਸ਼ਾਹ, ਸਿਆਣੇ ਪੁਰਸ਼ ਕਹਿੰਦੇ ਨੇ ਜਿਹੜੀ ਮਹਿੰਗੀ ਚੀਜ਼ ਹੋਵੇ, ਅਮੋਲਕ ਚੀਜ਼ ਹੋਵੇ, ਉਹਨੂੰ ਸੰਭਾਲ ਕੇ ਰੱਖਣਾ ਚਾਹੀਦਾ। ਅਤੇ ਜਿਹੜੇ ਰਾਜੇ ਮਹਾਰਾਜੇ ਨੇ, ਬਾਦਸ਼ਾਹ ਲੋਕ ਹੁੰਦੇ ਨੇ, ਹੀਰੇ ਮੋਤੀਆਂ ਨੂੰ ਕਿਉਂ ਸੰਭਾਲ ਕੇ ਰੱਖਦੇ? ਕੀਮਤੀ ਕਰਕੇ ਹੀ ਹੈ ਨਾ। ਇਸੇ ਲਈ ਕੀਮਤੀ ਵਸਤੂ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਨਾਮ ਹੀ ਸਭ ਤੋਂ ਅਮੋਲਕ ਰਤਨ ਹੈ। ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਲੋ ਭਗਤ ਜੀ ਕਹਿੰਦੇ ਨੇ, ਜੇ ਕੋਈ ਚੰਗਾ ਸਿਆਣਾ ਗਾਹਕ ਮਿਲ ਗਿਆ ਨਾ, ਉਹ ਮਹਿੰਗੇ ਮੁੱਲ ਤੁਹਾਡੇ ਪਾਸੋਂ ਨਾਮ ਦਾ ਰਤਨ ਖਰੀਦ ਲਵੇਗਾ। ਕਬੀਰ RAM ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ। ਲੋ ਭਗਤ ਜੀ ਕਹਿੰਦੇ ਨੇ, ਇਹ ਜਿਹੜਾ ਮਨੁੱਖ ਹੈ, ਸਾਰੀ ਜ਼ਿੰਦਗੀ ਤੇਲੀ ਦੇ ਬਲਦ ਵਾਂਗੂ ਆਪਣੇ ਘਰ ਪਰਿਵਾਰ ਦੇ ਕੋਲੂ ਦੇ ਆਲੇ ਦੁਆਲੇ ਹੀ ਗੁਜ਼ਾਰ ਦਿੰਦਾ। ਇਹਦੇ ਕੋਲ ਇੰਨੀ ਫੁਰਸਤ ਨਹੀਂ ਵੀ ਇਹ ਵਾਹਿਗੁਰੂ ਦਾ ਨਾਮ ਜਪੇ, ਭਗਤੀ ਕਰੇ। ਜਿਹੜੇ ਇਹੋ ਜਿਹੇ ਲੋਕ ਨੇ, ਉਹਨਾਂ ਨੂੰ ਭਗਤ ਜੀ ਉਪਦੇਸ਼ ਦਿੰਦੇ ਨੇ, ਕਬੀਰ RAM ਨਾਮ ਜਾਣਿਓ ਨਹੀਂ। ਭਾਈ ਤੁਸੀਂ ਵਾਹਿਗੁਰੂ ਦੇ ਨਾਮ ਦੀ ਕਦਰੋ ਕੀਮਤ ਨੂੰ ਸਮਝਿਆ ਹੀ ਨਹੀਂ। ਪਾਲਿਓ ਕਟਕ ਕੁਟੰਬ, ਆਹ ਜਿਹੜਾ ਤੁਹਾਡਾ ਪਰਿਵਾਰ ਦਾ ਕਟਕ ਦਲ ਹੈ, ਲਾਓ ਲਸ਼ਕਰ ਹੈ, ਇਹਦੀ ਪਾਲਣਾ ਪੋਸ਼ਣਾ ਦੇ ਵਿੱਚ ਹੀ ਸਮਾਂ ਲੰਘਾ ਦਿੱਤਾ। ਧੰਦੇ ਹੀ ਮਹਿ ਮਰ ਗਇਓ, ਬਾਹਰ ਭਈ ਨਾ ਬੰਬ। ਲੋ ਭਗਤ ਜੀ ਕਹਿੰਦੇ ਨੇ, ਬਸ ਆਹ ਜਿਹੜੇ ਸੰਸਾਰੀ ਖਲਜਗਣ ਨੇ, ਜਿਨ੍ਹਾਂ ਨੂੰ ਜੰਜਾਲ ਜਾਂ ਧੰਦੇ ਆਪਾਂ ਕਹਿ ਦਿੰਦੇ ਹਾਂ, ਬਸ ਇਹਨਾਂ ਧੰਦਿਆਂ ਦੇ ਵਿੱਚ ਹੀ ਮਰ ਗਿਆ। ਬਾਹਰ ਪਈ ਨਾ ਬੰਬ, ਬੰਬ ਤੋਂ ਭਾਵ ਹੈ ਆਵਾਜ਼, ਕੋਈ ਬਾਹਰ ਆਵਾਜ਼ ਨਿਕਲੇ ਹੀ ਨਹੀਂ। ਇਹਦਾ ਮਤਲਬ ਇਹ ਹੈ ਵੀ ਜਿਹੜੇ ਸੰਸਾਰੀ ਬੰਦੇ ਨੇ, ਉਹ ਹਮੇਸ਼ਾ ਕੰਮ ਧੰਦਿਆਂ ਦੇ ਵਿੱਚ ਹੀ ਦਿਨ ਰਾਤ ਲੰਘਾ ਦਿੰਦੇ ਨੇ, ਅਤੇ ਉਹਨਾਂ ਦੇ ਮੂੰਹੋਂ ਕਦੇ ਵਾਹਿਗੁਰੂ ਦਾ ਨਾਮ ਨਹੀਂ ਨਿਕਲਦਾ। ਜਦੋਂ ਉਹਨਾਂ ਨੂੰ ਕੋਈ ਕਹੇ, ਭਾਈ ਤੁਸੀਂ ਨਿਤਨੇਮ ਕਰ ਲਿਆ ਕਰੋ, ਨਾਮ ਜਪ ਲਿਆ ਕਰੋ, ਕਹਿੰਦੇ ਸਾਡੇ ਕੋਲ ਟਾਈਮ ਹੀ ਨਹੀਂ ਹੈ। ਨਾਮ ਜਪਣਾ, ਭਗਤੀ ਕਰਨੀ ਵਿਹਲੇ ਬੰਦਿਆਂ ਦਾ ਕੰਮ ਹੈ। ਬਹੁਤੇ ਲੋਕਾਂ ਦੀ ਸੋਚ ਇਹ ਬਣੀ ਹੋਈ ਆ ਵੀ ਨਾਮ ਜਪਣਾ ਵਿਹਲੇ ਬੰਦਿਆਂ ਦਾ ਕੰਮ ਹੈ। ਉਹ ਭਲਿਓ ਲੋਕੋ, ਭਗਤ ਨਾਮਦੇਵ ਜੀ ਨੇ ਸਾਨੂੰ ਸਿੱਖਿਆ ਦਿੱਤੀ ਸੀ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੁਸੀਂ ਕੰਮ ਕਾਰ ਕਰਨਾ ਉਹ ਵੀ ਕਰੋ, ਅਤੇ ਪਰ ਨਾਮ ਵੀ ਨਾਲ ਨਾਲ ਜਪੀ ਜਾਓ। ਕਈ ਕਹਿੰਦੇ ਦੋ ਕੰਮ ਕਿਵੇਂ ਹੋਣਗੇ? ਦੋ ਕੰਮ ਵੀ ਹੋ ਸਕਦੇ ਨੇ, ਤੁਸੀਂ ਕਰਦੇ ਵੀ ਹੋ। ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਵੀ ਦੇਖ ਲਓ, ਜਿਹੜੇ ਪਤੰਗ ਨੂੰ ਉਡਾਉਣ ਵਾਲੇ ਬੱਚੇ ਹੁੰਦੇ ਨੇ, ਅਤੇ ਉਹ ਪਤੰਗ ਵੀ ਉਡਾਉਂਦੇ ਨੇ, ਅਤੇ ਆਪਣੇ ਸਾਥੀਆਂ ਮਿੱਤਰਾਂ ਦੇ ਨਾਲ ਗੱਲਾਂ ਵੀ ਕਰਦੇ ਰਹਿੰਦੇ ਨੇ। ਉਹਨਾਂ ਦਾ ਧਿਆਨ ਪਤੰਗ ਦੀ ਡੋਰ ਵੱਲ ਹੁੰਦਾ ਅਤੇ ਨਾਲੇ ਗੱਲਾਂ ਕਰੀ ਜਾਂਦੇ ਨੇ। ਜੇ ਆਦਮੀ ਗੱਡੀ ਚਲਾਉਂਦਾ ਹੈ, ਉਸ ਵੇਲੇ ਵੀ ਤੁਸੀਂ ਦੇਖਿਆ ਵੀ ਉਹ ਨਾਲੇ ਗੱਡੀ ਚਲਾਈ ਜਾਂਦਾ, ਧਿਆਨ ਉਹਦਾ ਗੱਡੀ ਵੱਲ ਹੁੰਦਾ, ਅਤੇ ਨਾਲ ਕਈ ਵਾਰੀ ਗੱਲਾਂ ਵੀ ਕਰਦਾ, ਕਈ ਵਾਰੀ ਫੋਨ ਵੀ ਸੁਣਨ ਲੱਗ ਜਾਂਦਾ। ਦੋ ਕੰਮ ਹੁੰਦੇ ਨੇ ਇਕੱਠੇ ਹੀ ਉਦੋਂ। ਲੋ ਭਗਤ ਜੀ ਕਹਿੰਦੇ ਨੇ, ਦੋ ਕੰਮ ਵੀ ਕੀਤੇ ਜਾ ਸਕਦੇ ਨੇ। ਹੱਥਾਂ ਪੈਰਾਂ ਦੇ ਨਾਲ ਕੰਮ ਕਰੋ, ਅਤੇ ਪਰ ਮਨ ਨੂੰ ਵਾਹਿਗੁਰੂ ਦੇ ਨਾਲ ਜੋੜੋ। ਪਰ ਭਗਤ ਜੀ ਕਹਿੰਦੇ ਨੇ, ਸਾਡੀ ਧੰਦਿਆਂ ਦੇ ਵਿੱਚ ਹੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਅਤੇ ਸਾਡੇ ਮੂੰਹੋਂ ਪਰਮੇਸ਼ਰ ਦੇ ਨਾਮ ਦੀ ਧੁਨੀ, ਬੰਬ ਤੋਂ ਭਾਵ ਹੈ ਆਵਾਜ਼, ਨਾਮ ਦੀ ਜਿਹੜੀ ਕਣਸੋ ਹੈ, ਉਹ ਸਾਡੇ ਮੂੰਹੋਂ ਬਾਹਰ ਨਹੀਂ ਨਿਕਲਦੀ। ਕਬੀਰ ਆਖੀ ਕੇਰੇ ਮਾਟੁਕੇ, ਪਲ ਪਲ ਗਈ ਬਿਹਾਏ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਜਿਹੜੀ ਆ ਸਾਡੀ ਉਮਰ ਹੈ ਨਾ, ਆਖੀ ਕੇਰੇ ਮਾਟਕੇ, ਅੱਖਾਂ ਦੇ ਮਾਟਕੇ ਦਾ ਅਰਥ ਹੈ ਝਮਕਣ ਨੂੰ ਕਹਿੰਦੇ ਨੇ। ਅੱਖਾਂ ਅੱਖ ਦੇ ਫੋਰੇ ਦੇ ਅੰਦਰ ਹੀ ਪਲ ਪਲ ਕਰਕੇ ਬੀਤ ਜਾਂਦੀ ਹੈ। ਹੁਣ ਵੇਖ ਲਓ, ਜਦੋਂ ਆਪਾਂ ਪਿਛਲੀ ਜਿਹੜੀ ਲੰਘੀ ਉਮਰ ਹੈ, ਉਹਦੇ ਬਾਰੇ ਕਦੀ ਧਿਆਨ ਮਾਰ ਕੇ ਦੇਖਾਂਗੇ, ਅਤੇ ਸਾਨੂੰ ਪਤਾ ਨਹੀਂ ਲੱਗ ਰਿਹਾ
ਬਈ ਇੰਨੀ ਉਮਰ ਦੇ ਅਸੀਂ ਹੋ ਗਏ ਹਾਂ। ਯਕੀਨ ਜਿਹਾ ਨਹੀਂ ਆਉਂਦਾ। ਕਿਉਂ? ਸਾਡਾ ਧਿਆਨ ਮਾਇਆ ਵੱਲ, ਧੰਦਿਆਂ ਵੱਲ, ਪਰਿਵਾਰ ਦੀ ਪਾਲਣਾ ਪੋਸ਼ਣਾ ਵੱਲ ਖੁੱਭਿਆ ਹੁੰਦਾ। ਜਦੋਂ ਆਦਮੀ ਦਾ ਧਿਆਨ ਕਿਸੇ ਪਾਸੇ ਖੁੱਭਿਆ ਹੋਵੇ ਨਾ, ਫਿਰ ਉਹਨੂੰ ਸਮੇਂ ਦਾ ਪਤਾ ਨਹੀਂ ਲੱਗਦਾ ਕਦੋਂ ਬੀਤ ਜਾਂਦਾ। ਇਸੇ ਲਈ ਭਗਤ ਜੀ ਕਹਿੰਦੇ ਨੇ, ਅੱਖ ਦੇ ਫੋਰੇ ਦੇ ਅੰਦਰ ਪਲ ਪਲ ਕਰਕੇ ਸਾਡੀ ਉਮਰ ਬੀਤ ਜਾਂਦੀ ਹੈ ਅਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਕਿੰਨੀ ਉਮਰ ਸਾਡੀ ਲੰਘ ਗਈ ਹੈ। ਮਨ ਜੰਜਾਲ ਨਾ ਛੋੜਈ, ਜਮ ਦੀਆ ਦਮਾਮਾ ਆਏ। ਪਰ ਸਾਡਾ ਮਨ ਆ ਜਿਹੜੇ ਜੰਜਾਲ ਨੇ, ਧੰਦੇ ਨੇ, ਦੁਨੀਆ ਦੇ ਝੰਬੇਲੇ ਨੇ, ਇਹਨਾਂ ਨੂੰ ਕਦੀ ਵੀ ਛੱਡਣ ਲਈ ਤਿਆਰ ਨਹੀਂ ਹੁੰਦਾ। ਆਖੀਰ ਤੇ ਇਸੇ ਤਰ੍ਹਾਂ ਹੀ ਜਮ ਦੀਆ ਦਮਾਮਾ ਆਏ, ਆ ਕੇ ਜਮਾਂ ਨੇ ਡੰਕਾ ਵਜਾ ਦਿੱਤਾ ਬਈ ਆ ਜਾ, ਹੁਣ ਤੇਰਾ ਸਮਾਂ ਆ ਗਿਆ। ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਕਿਆ ਤਾਂ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀ ਬਾਣ ਬੁਲਾਇਆ। ਇਉਂ ਇਹ ਸੱਦਾ ਲੈ ਕੇ ਜਮਦੂਤ ਆ ਪਹੁੰਚਦੇ ਨੇ। ਉਹ ਆ ਕੇ ਆਪਣਾ ਡੰਕਾ ਵਜਾ ਦਿੰਦੇ ਨੇ। ਇਹਦਾ ਮਤਲਬ ਇਹ ਆ, ਆਦਮੀ ਦੀ ਸਾਰੀ ਉਮਰ ਧੰਦਿਆਂ ਦੇ ਵਿੱਚ ਹੀ, ਜੰਜਾਲਾਂ ਦੇ ਵਿੱਚ ਹੀ ਲੰਘ ਜਾਂਦੀ ਹੈ। ਇਹਦੇ ਕੋਲੇ ਫੁਰਸਤ ਹੀ ਨਹੀਂ ਹੁੰਦੀ ਬਈ ਮੈਂ ਨਾਮ ਜਪਾਂ। ਆਖੀਰ ਅੰਧਾ ਸਮਾਂ ਆ ਜਾਂਦਾ ਹੈ ਅਤੇ ਜਮ ਆ ਕੇ ਡੰਕਾ ਵਜਾ ਦਿੰਦਾ ਅਤੇ ਫਿਰ ਇਹਨੂੰ ਅੱਗੇ ਜਾਣਾ ਪੈਂਦਾ ਹੈ। ਕਬੀਰ ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ। ਲੋ ਹੁਣ ਭਗਤ ਜੀ ਦੇ ਪਾਸ ਕੁਝ ਖਾਸ ਜਗਿਆਸੂ ਪੁਰਸ਼ ਆਏ ਨੇ ਅਤੇ ਉਹਨਾਂ ਨੇ ਆਖਿਆ, ਮਹਾਰਾਜ ਸਾਨੂੰ ਇਹ ਦੱਸੋ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ। ਤਾਂ ਹਜ਼ੂਰ ਕਹਿੰਦੇ, ਭਾਈ ਵਾਹਿਗੁਰੂ ਦੀ ਭਗਤੀ ਕਰਿਆ ਕਰੋ। ਉਹ ਵਾਹਿਗੁਰੂ ਕਿਹੋ ਜਿਹਾ ਹੈ? ਕਬੀਰ ਤਰਵਾ ਰੂਪੀ ਰਾਮ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ, ਉਹ ਰਾਮ ਵਾਹਿਗੁਰੂ ਤਰਵਾ ਰੂਪੀ ਸੋਹਣੇ ਬਿਰਸ਼ ਵਾਂਗ ਹੈ। ਅਤੇ ਜਿਵੇਂ ਬਿਰਸ਼ ਨੂੰ ਫਲ ਲੱਗਦੇ ਨੇ ਨਾ, ਫਲ ਰੂਪੀ ਬੈਰਾਗ, ਅਤੇ ਉਹਨੂੰ ਵੈਰਾਗ ਦਾ ਫਲ ਲੱਗਿਆ ਹੋਇਆ। ਵਾਹਿਗੁਰੂ ਆਪ ਸੋਹਣੇ ਬਿਰਸ਼ ਵਾਂਗ ਹੈ ਅਤੇ ਜਿਹੜਾ ਮਨ ਦੇ ਵਿੱਚ ਵੈਰਾਗ ਪੈਦਾ ਹੋਣਾ ਹੈ, ਇਹ ਉਸ ਨੂੰ ਸੋਹਣਾ ਫਲ ਲੱਗਿਆ ਹੋਇਆ ਹੈ। ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਸਾਧ ਤੋਂ ਭਾਵ ਹੈ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ, ਗੁਰਮੁਖ ਬੰਦੇ, ਅਤੇ ਉਹ ਉਸ ਬਿਰਸ਼ ਦੀ ਛਾਂ ਵਾਂਗ ਨੇ। ਉਹ ਛਾਇਆ ਦਾ ਰੂਪ ਨੇ। ਕਿਉਂ? ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ, ਜਿਹੜੇ ਦਿਨ ਰਾਤ ਵਾਹਿਗੁਰੂ ਦੀ ਬੰਦਗੀ ਕਰਦੇ ਨੇ, ਜਦੋਂ ਆਪਾਂ ਉਹਨਾਂ ਦੇ ਕੋਲ ਜਾ ਕੇ ਬਹਿੰਦੇ ਹਾਂ ਤਾਂ ਸਾਨੂੰ ਵੀ ਸ਼ਾਂਤੀ ਮਿਲਦੀ ਹੈ। ਉਹ ਛਾਂ ਨੇ ਉਸ ਬਿਰਸ਼ ਦੀ। ਵਾਹਿਗੁਰੂ ਸੋਹਣਾ ਰੁੱਖ ਹੈ, ਉਹਨੂੰ ਵੈਰਾਗ ਦਾ ਫਲ ਲੱਗਿਆ ਹੋਇਆ ਹੈ। ਜਿਹੜੇ ਉਸ ਰੱਬ ਦੇ ਪਿਆਰੇ ਮਹਾਂਪੁਰਖ ਨੇ, ਉਹ ਮੰਨ ਲਓ ਉਸ ਦੀ ਛਾਂ ਹੈ। ਅਤੇ ਮਹਾਂਪੁਰਖ ਵੀ ਕਿਹੜੇ? ਜਿਨ ਤਜਿਆ ਬਾਦ ਵਿਵਾਦ, ਜਿਨ੍ਹਾਂ ਨੇ ਦੁਨਿਆਵੀ ਝਗੜਾ ਝਮੇਲਾ ਛੱਡ ਦਿੱਤਾ। ਝਗੜਾ ਕਿਹਦਾ ਹੈ? ਭਗਤ ਕਬੀਰ ਜੀ ਕਹਿੰਦੇ ਨੇ, ਕਹਿਤ ਕਬੀਰ ਪੰਚ ਕੋ ਝਗੜਾ, ਝਗਰਤ ਜਨਮ ਗਵਾਇਆ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਪੰਜਾਂ ਦਾ ਝਗੜਾ ਹੈ। ਅਤੇ ਜਿਨ੍ਹਾਂ ਨੇ ਇਹ ਵਿਕਾਰਾਂ ਦਾ ਸਾਰਾ ਬਾਦ ਵਿਵਾਦ ਝਗੜਾ ਛੱਡ ਦਿੱਤਾ ਹੈ ਅਤੇ ਵਾਹਿਗੁਰੂ ਨਾਲ ਜੁੜ ਗਏ ਨੇ, ਅਤੇ ਭਾਈ ਉਹ ਮਹਾਂਪੁਰਖਾਂ ਦੀ ਸੰਗਤ ਠੰਡੀ ਛਾਂ ਹੈ। ਕਬੀਰ ਐਸਾ ਬੀਜ ਬੋਏ, 12 ਮਾਸ ਫਲੰਤ। ਲੋ ਕਬੀਰ ਭਗਤ ਜੀ, ਹੁਣ ਕੋਈ ਪ੍ਰੇਮੀ ਆਇਆ, ਉਹ ਕਹਿੰਦਾ ਮਹਾਰਾਜ ਮੈਂ ਬਾਗ ਲਾਉਣਾ, ਤੁਸੀਂ ਮੈਨੂੰ ਆਸ਼ੀਰਵਾਦ ਦਿਓ ਅਤੇ ਮੈਂ ਇਸ ਦੇ ਵਿੱਚ ਕਾਮਯਾਬ ਹੋਵਾਂ। ਤਾਂ ਭਗਤ ਜੀ ਕਹਿੰਦੇ ਨੇ, ਭਲਿਆ ਲੋਕਾ, ਤੂੰ ਬਾਹਰ ਤੇ ਕਹਿੰਦਾ ਮੈਂ ਬਾਗ ਲਾਉਣਾ। ਕਬੀਰ ਐਸਾ ਬੀਜ ਬੋਏ, ਅਤੇ ਆਪਣੇ ਹਿਰਦੇ ਰੂਪੀ ਖੇਤ ਵਿੱਚ ਐਸਾ ਨਾਮ ਦਾ ਬੀਜ ਵੀ ਬੀਜ, 12 ਮਾਸ ਫਲੰਤ, ਜਿਹੜਾ 12 ਮਹੀਨੇ ਫਲਦਾ ਰਹੇਗਾ। ਭਾਵ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਬਾਬਾ ਕਾਲੂ ਜੀ ਨੂੰ ਇਹ ਉਪਦੇਸ਼ ਦਿੱਤਾ ਸੀ। ਉਹ ਕਹਿਣ ਲੱਗੇ ਤੁਸੀਂ ਖੇਤੀ ਕਰੋ, ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪਿਤਾ ਜੀ ਅਸੀਂ ਖੇਤੀ ਕਰਦੇ ਹਾਂ। ਕਿਹੜੀ ਖੇਤੀ ਕਰਦੇ ਹੋ? ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ।
ਭਾਉ ਕਰਮ ਕਰ ਜੰਮ ਸੀ ਸੇ ਕਰ ਭਾਗਠ ਦੇਖ। ਅਸੀਂ ਇਹ ਧਰਮ ਦੀ ਖੇਤੀ, ਭਗਤੀ ਦੀ ਖੇਤੀ ਕਰ ਰਹੇ ਹਾਂ। ਹੁਣ ਇੱਥੇ ਵੀ ਭਗਤ ਜੀ ਉਸੇ ਖੇਤੀ ਵੱਲ ਇਸ਼ਾਰਾ ਕਰਦੇ ਨੇ। ਭਾਈ ਇਹੋ ਜਿਹਾ ਬੀਜ ਬੀਜੋ ਨਾਮ ਦਾ ਜੋ 12 ਮਹੀਨੇ ਫਲੀਪੂਤ ਹੋਵੇਗਾ। ਕਈ ਐਸੇ ਵੀ ਬਿਰਸ਼ ਹੁੰਦੇ ਨੇ ਜਿਨ੍ਹਾਂ ਨੂੰ 12 ਮਾਸੀਏ ਕਹਿੰਦੇ ਨੇ। ਆ ਕਈ ਨਿੰਬੂ ਦੇ, ਮੌਸਮੀ ਦੇ, ਸੰਤਰਿਆਂ ਦੇ ਐਸੇ ਵੀ ਕੋਈ ਪੇਂਦ ਕੀਤੇ ਹੋਏ ਪੌਦੇ ਹੁੰਦੇ ਨੇ ਅਤੇ ਜਿਨ੍ਹਾਂ ਨੂੰ 12 ਮਹੀਨੇ ਫਲ ਲੱਗਦਾ ਜਾਂ ਸਾਲ ਵਿੱਚ 2 ਵਾਰ ਹੀ ਫਲ ਲੱਗ ਜਾਂਦਾ। ਸਰੋਹ ਵਿਚਾਰ ਭਗਤ ਜੀ ਕਹਿੰਦੇ ਨੇ ਇਹ ਨਾਮ ਦਾ ਬੀਜ ਐਸਾ ਹੈ, ਇੱਕ ਵਾਰੀ ਬੀਜ ਦਿਓ ਫਿਰ 12 ਮਹੀਨੇ ਫਲਦਾ ਰਹਿੰਦਾ ਹੈ। ਤੁਸੀਂ ਨਾਮ ਦਾ ਬੀਜ ਬੀਜੋ। ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਤੇ ਜਿਹੜਾ ਇਹ ਨਾਮ ਦਾ ਬੀਜ ਤੁਸੀਂ ਬੀਜੋਗੇ ਨਾ, ਤੇ ਸੀਤਲ ਛਾਇਆ ਇਸ ਬਿਰਸ਼ ਦੀ ਆਤਮਕ ਸ਼ਾਂਤੀ ਰੂਪੀ ਛਾਂ ਬੜੀ ਸੋਹਣੀ ਹੋਵੇਗੀ। ਤੇ ਗਹਿਰ ਫਲ ਜਿਹੜਾ ਗੰਭੀਰਤਾ ਹੈ, ਸੰਜੀਦਗੀ ਵਾਲਾ ਸੁਭਾਅ ਹੈ, ਇਹ ਉਸ ਨੂੰ ਫਲ ਪ੍ਰਾਪਤ ਹੋਵੇਗਾ। ਪੰਖੀ ਕੇਲ ਕਰੰਤ, ਤੇ ਜਿਹੜੇ ਹੋਰ ਉਹਨਾਂ ਦੇ ਸੰਗੀ ਸਾਥੀ ਪੰਛੀਆਂ ਵਾਂਗ ਨੇ, ਉਹ ਇਸ ਬਿਰਸ਼ 'ਤੇ ਆ ਕੇ ਕਲੋਲਾਂ ਕਰਨਗੇ, ਉਹ ਵੀ ਚਹਿਚਹਾਉਣਗੇ, ਉਹ ਵੀ ਇੱਥੇ ਆ ਕੇ ਮੌਜਾਂ ਲੈਣਗੇ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਪਿਆਰੇ ਨਾਮ ਦਾ ਬੀਜ ਬੀਜਦੇ ਨੇ, ਫਿਰ ਉਹ 12 ਮਹੀਨੇ ਫਲੀਪੂਤ ਹੁੰਦਾ ਹੈ। ਉਹਦੀ ਜਿਹੜੀ ਸ਼ਾਂਤੀ ਰੂਪੀ ਛਾਂ ਬੜੀ ਠੰਡੀ ਹੁੰਦੀ ਹੈ ਅਤੇ ਗਹਿਰ ਫਲ, ਗੰਭੀਰਤਾ ਦਾ ਫਲ ਉਸ ਨੂੰ ਪ੍ਰਾਪਤ ਹੁੰਦਾ ਹੈ। ਅਤੇ ਪੰਖੀ ਕੇਲ ਕਰਨ ਜਿਹੜੇ ਹੋਰ ਜਗਿਆਸੂ ਨੇ, ਉਹ ਵੀ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਨਾਮ ਜਪ ਕੇ ਭਗਤੀ ਕਰਕੇ ਉਹ ਵੀ ਮੌਜਾਂ ਮਾਣਦੇ ਹਨ। ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਲੋਕ ਕਬੀਰ ਭਗਤ ਜੀ ਕਹਿੰਦੇ ਨੇ ਫਿਰ ਉਹ ਪਰਮੇਸ਼ਰ ਦੇ ਪਿਆਰੇ ਕਿਵੇਂ ਉਹ ਅਸੀਸਾਂ ਦਿੰਦੇ ਨੇ। ਕਬੀਰ ਦਾਤਾ ਤਰਵਰ, ਕਬੀਰ ਭਗਤ ਜੀ ਕਹਿੰਦੇ ਉਹ ਦਾਤਾ ਵਾਹਿਗੁਰੂ ਤਰਵਰ ਸੋਹਣੇ ਬਿਰਸ਼ ਵਾਂਗ ਹੈ, ਦਇਆ ਦਾ ਉਸ ਨੂੰ ਫਲ ਲੱਗਿਆ ਹੋਇਆ। ਭਾਵ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ 'ਤੇ ਦਇਆ ਕਰਦਾ ਹੈ। ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਉਹ ਵਾਹਿਗੁਰੂ ਮਿਹਰਾਂ ਦਾ ਘਰ ਹੈ, ਬੜਾ ਸੋਹਣਾ ਬਿਰਸ਼ ਹੈ, ਦਇਆ ਦਾ ਫਲ ਉਸ ਨੂੰ ਲੱਗਿਆ ਹੋਇਆ ਹੈ। ਉਪਕਾਰੀ ਜੀਵੰਤ, ਉਹ ਕੇਵਲ ਪਰਉਪਕਾਰ ਦੇ ਲਈ ਹੀ ਜਿਉਂਦਾ ਹੈ। ਪੰਖੀ ਚੱਲੇ ਦਿਸਾਵਰੀ ਬਿਰਖਾ ਸੁਫਲ ਫਲੰਤ। ਲੋ ਜਿਹੜੇ ਗੁਰੂ ਦੇ ਸਿੱਖ ਜਗਿਆਸੂ ਸਤਿਗੁਰੂ ਦੇ ਕੋਲ ਆਉਂਦੇ ਨੇ ਤੇ ਵਾਹਿਗੁਰੂ ਦਾ ਨਾਮ ਜਪਦੇ ਨੇ, ਤੇ ਜਦੋਂ ਗੁਰੂ ਦੀ ਮਿਹਰ ਹੋ ਜਾਂਦੀ ਹੈ, ਪੰਖੀ ਚੱਲੇ ਦਿਸਾਵਰੀ, ਉਹ ਜਿਹੜੇ ਪੰਛੀ ਨੇ ਗੁਰਸਿੱਖ ਗੁਰੂ ਦੇ ਕੋਲੋਂ ਨਾਮ ਭਗਤੀ ਦੀਆਂ, ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਕਰਕੇ ਚੱਲੇ ਦਿਸਾਵਰੀ, ਹੋਰ ਦਿਸ਼ਾ ਵੱਲ ਉਡਾਰੀਆਂ ਮਾਰ ਦਿੰਦੇ ਨੇ। ਤੇ ਫਿਰ ਉਹ ਬਿਰਖਾ ਸੁਫਲ ਫਲੰਤ ਨਾਲ ਹੀ ਅਸੀਸ ਦਿੰਦੇ ਨੇ ਵੀ ਇਹ ਬਿਰਸ਼ ਤੋਂ ਸ੍ਰੇਸ਼ਟ ਫਲਾਂ ਦੇ ਨਾਲ ਫਲੀਪੂਤ ਹੁੰਦਾ ਰਵੇ। ਇਹ ਨਾਲ ਅਸੀਸ ਵੀ ਦਿੰਦੇ ਨੇ। ਜਿਹੜੇ ਬਿਰਸ਼ ਤੋਂ ਕਿਸੇ ਪੰਛੀ ਨੇ ਛਾਂ ਦਾ ਸੁੱਖ ਮਾਣਿਆ ਹੋਵੇ, ਸੋਹਣੇ ਫਲਾਂ ਦਾ ਰਸ ਮਾਣਿਆ ਹੋਵੇ, ਤੇ ਫਿਰ ਉਹ ਜਦੋਂ ਪੰਛੀ ਉੱਥੋਂ ਉਡਾਰੀ ਮਾਰਦੇ ਨੇ ਤੇ ਫਿਰ ਉਹ ਅਸੀਸ ਦਿੰਦੇ ਨੇ, ਤੂੰ ਜਿਉਂਦਾ ਰਹਿ, ਤੂੰ ਸ੍ਰੇਸ਼ਟ ਫਲਾਂ ਦੇ ਨਾਲ ਫਲੀਪੂਤ ਹੋਵੇਂ। ਇਸ ਤਰ੍ਹਾਂ ਉਹ ਅਸੀਸਾਂ ਦਿੰਦੇ ਹਨ। ਪੰਖੀ ਚੱਲੇ ਦਿਸਾਵਰੀ, ਜਿਵੇਂ ਗੁਰੂ ਅਮਰਦਾਸ ਮਹਾਰਾਜ ਦੇ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ ਬਈ ਉਹਨਾਂ ਨੇ ਜਿਨ੍ਹਾਂ ਗੁਰਸਿੱਖਾਂ ਨੇ ਪ੍ਰੇਮ ਲਾ ਕੇ ਸੇਵਾ ਕੀਤੀ, ਫਿਰ ਉਹਨਾਂ ਨੂੰ 22 ਮੰਜੀਆਂ ਪ੍ਰਦਾਨ ਕੀਤੀਆਂ, ਤੇ ਜਿਨ੍ਹਾਂ ਮਾਈਆਂ ਬੀਬੀਆਂ ਨੇ ਸੇਵਾ ਕੀਤੀ ਉਹਨਾਂ ਨੂੰ 52 ਪੀੜੇ ਵੀ ਬਖਸ਼ਿਸ਼ ਕੀਤੇ। ਨਰ ਮਨੁੱਖਾਂ ਨੂੰ ਏਕ ਨਿਧਾਨਾ। ਤੇ ਫਿਰ ਉਹਨਾਂ ਗੁਰਸਿੱਖਾਂ ਦੀਆਂ ਡਿਊਟੀਆਂ ਲਾਈਆਂ, ਜਿਹੜੀਆਂ 22 ਮੰਜੀਆਂ ਵਾਲੇ ਗੁਰਸਿੱਖ ਸਨ, ਉਹ ਉੱਚੇ ਸੁੱਚੇ ਜੀਵਨ ਵਾਲੇ ਭਗਤੀ ਸ਼ਕਤੀ ਦੇ ਮਾਲਕ ਤੇ ਬ੍ਰਹਮ ਗਿਆਨੀ ਪ੍ਰਚਾਰਕ ਸਨ। ਉਸ ਵੇਲੇ ਹਿੰਦੁਸਤਾਨ ਦੇ 22 ਸੂਬੇ ਸਨ। ਉਹਨਾਂ 22 ਸੂਬਿਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਨੂੰ ਸਿੱਖੀ ਪ੍ਰਚਾਰ ਲਈ ਭੇਜਿਆ। ਤੇ ਜਦੋਂ ਗੁਰਸਿੱਖ ਜਾਂਦੇ ਸਨ
ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਆਸ਼ੀਰਵਾਦ ਲੈਂਦੇ ਤੇ ਨਾਲ ਇਹ ਅਸੀਸਾਂ ਦਿੰਦੇ ਸਨ, ਹੇ ਸਤਿਗੁਰੂ ਤੁਸੀਂ ਮੇਰਾ ਭਰਿਆ ਹੱਥ ਰੱਖਣਾ, ਤੁਸੀਂ ਆਪ ਹੀ ਸਿੱਖੀ ਦਾ ਪ੍ਰਚਾਰ ਕਰਾਉਣਾ। ਇਉਂ ਭਗਤ ਕਬੀਰ ਜੀ ਕਹਿੰਦੇ ਨੇ ਬਈ ਸਤਿਗੁਰੂ ਵੀ ਸੋਹਣੇ ਬਿਰਸ਼ ਵਾਂਗ ਨੇ, ਕਬੀਰ ਦਾਤਾ ਤਰਵਰ ਦਇਆ ਫਲ, ਬਈ ਸਤਿਗੁਰੂ ਮਹਾਰਾਜ ਸੋਹਣੇ ਬਿਰਸ਼ ਵਾਂਗ ਨੇ, ਉਸ ਨੂੰ ਦਇਆ ਦਾ ਫਲ ਲੱਗਿਆ ਹੋਇਆ ਹੈ, ਪਰ ਉਪਕਾਰ ਦੇ ਲਈ ਉਹ ਜਿਉਂਦੇ ਨੇ। ਤੇ ਜਿਹੜੇ ਗੁਰਸਿੱਖ ਉਹਨਾਂ ਤੋਂ ਵਰੋਸ ਆਉਂਦੇ ਨੇ, ਫਿਰ ਗੁਰੂ ਦੀ ਆਗਿਆ ਪਾ ਕੇ ਹੋਰ ਦਿਸ਼ਾ ਦਸ਼ਾਂਤਰਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਜਾਂਦੇ ਨੇ ਤੇ ਨਾਲ ਗੁਰੂ ਮਹਾਰਾਜ ਨੂੰ ਆਸੀਸਾਂ ਦਿੰਦੇ ਹਨ ਵੀ ਇਹ ਸਤਿਗੁਰੂ ਗੁਰੂ ਘਰ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਸ੍ਰੇਸ਼ਟ ਫਲਾਂ ਦੇ ਨਾਲ ਫਲੀਭੂਤ ਹੁੰਦਾ ਰਵੇ। ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ। ਪੂਰਨ ਮਹਾਂਪੁਰਸ਼ਾਂ ਦੀ ਸੰਗਤ ਕਿਹਨਾਂ ਨੂੰ ਮਿਲਦੀ ਹੈ? ਤਾਂ ਭਗਤ ਕਬੀਰ ਜੀ ਕਹਿੰਦੇ ਨੇ ਲਿਖਿਆ ਹੋਏ ਲਿਲਾਟ, ਲਿਲਾਟ ਮੱਥੇ ਨੂੰ ਕਹਿੰਦੇ ਨੇ। ਜਿਨ੍ਹਾਂ ਦੇ ਮੱਥੇ ਉੱਤੇ ਕੋਈ ਚੰਗਾ ਪਾਗ ਲਿਖਿਆ ਹੋਵੇ, ਕਬੀਰ ਸਾਧੂ ਸੰਗ ਪ੍ਰਾਪਤੀ, ਉਹਨਾਂ ਨੂੰ ਪੂਰਨ ਮਹਾਂਪੁਰਸ਼ਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸਾਧੂ ਦਾ ਅਰਥ ਪੂਰਾ ਗੁਰੂ ਵੀ ਹੈ, ਪੂਰੇ ਗੁਰੂ ਦੀ ਵੀ ਸੰਗਤ ਉਹਨਾਂ ਨੂੰ ਮਿਲਦੀ ਹੈ ਤੇ ਜਿਨ੍ਹਾਂ ਦੇ ਮੱਥੇ ਉੱਤੇ ਚੰਗਾ ਭਾਗ ਲਿਖਿਆ ਹੋਵੇ। ਨਹੀਂ ਬਹੁਤੇ ਤਾਂ ਦੇਹਧਾਰੀ ਪਖੰਡੀਆਂ ਦੇ ਜਾਲ ਵਿੱਚ ਹੀ ਫਸ ਕੇ ਰਹਿ ਜਾਂਦੇ ਹਨ। ਮੁਕਤ ਪਦਾਰਥ ਪਾਈਐ ਠਾਕ ਨਾ ਅਵਕਟ ਘਾਟ। ਲਓ ਜਦੋਂ ਪੂਰਨ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਜਾਂ ਪੂਰਨ ਮਹਾਂਪੁਰਖਾਂ ਦੀ ਸੰਗਤ ਵੀ ਜੇ ਮਿਲ ਜਾਂਦੀ ਹੈ, ਮੁਕਤ ਪਦਾਰਥ ਪਾਈਆ, ਉਹਨਾਂ ਦੇ ਕੋਲੋਂ ਜੀਵਨ ਮੁਕਤੀ ਤੇ ਬਦੈ ਮੁਕਤੀ ਤੇ ਨਾਲ ਹੀ ਬੈਕੁੰਠ ਦੀਆਂ 4 ਮੁਕਤੀਆਂ ਤੇ ਕੇਵਲ ਮੁਕਤੀ ਅਭੇਦ ਮੁਕਤੀ, ਇਹ ਉਹਨਾਂ ਕੋਲੋਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਠਾਕ ਨਾ ਅਵਘਟ ਘਾਟ, ਤੇ ਉਹ ਚਾਹੇ ਵਿਖੜੇ ਮਾਰਗਾਂ ਵਿੱਚ ਵੀ ਜਾਣ ਤੇ ਕਿਤੇ ਉਹਨਾਂ ਨੂੰ ਰੋਕ ਨਹੀਂ ਪੈਂਦੀ। ਠਾਕ ਦਾ ਅਰਥ ਹੁੰਦਾ ਰੋਕ ਪੈਣੀ, ਕੋਈ ਰੁਕਾਵਟ ਖੜੀ ਹੋ ਜਾਣੀ। ਉਹ ਜਿਹੜੇ ਰਸਤੇ ਮਰਜ਼ੇ ਜਾਣ ਪਰ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ। ਮਨੁੱਖੀ ਜੀਵਨ ਸਫ਼ਰ ਦੇ ਵਿੱਚ ਵੀ ਆ ਜਿਹੜੇ ਵਿਸ਼ੇ ਵਿਕਾਰ ਨੇ, ਔਗਣ ਨੇ, ਅਪਰਾਧ ਨੇ, ਉਹ ਕੋਈ ਰੁਕਾਵਟ ਨਹੀਂ ਖੜੀ ਕਰ ਸਕਦੇ ਜਿਨ੍ਹਾਂ ਦੇ ਸਿਰ ਉੱਤੇ ਗੁਰੂ ਦਾ ਹੱਥ ਹੋਵੇ। ਤੇ ਜਦੋਂ ਪ੍ਰਲੋਕ ਦੇ ਰਸਤੇ ਜਾਂਦੇ ਨੇ, ਉਹ ਜਮਾਂ ਦਾ ਮਾਰਗ ਵੀ ਬਹੁਤ ਕਠਿਨ ਮਾਰਗ ਹੈ। ਠਾਕ ਨਾ ਅਵਘਟ ਘਾਟ, ਉਹ ਔਖੇ ਘਾਟ ਅਸਥਾਨਾਂ 'ਤੇ, ਔਖੇ ਰਾਹਾਂ 'ਤੇ, ਵਿਖੜਿਆਂ ਰਾਹਾਂ 'ਤੇ ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਪੈ ਸਕਦੀ। ਗੁਰਮੁਖ ਆਵੇ ਜਾਏ ਨਿਸੰਗ, ਪਰਮੇਸ਼ਰ ਦੇ ਪਿਆਰੇ ਬੇਫਿਕਰ ਹੋ ਕੇ, ਬੇਪਰਵਾਹ ਹੋ ਕੇ, ਬਿਨਾਂ ਸੰਕੋਚ ਤੋਂ ਜਦੋਂ ਮਰਜ਼ੀ ਆਉਂਦੇ ਨੇ, ਜਦੋਂ ਮਰਜ਼ੀ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਕਰਦਾ। ਇਹ ਹੈ ਪਾਵਨ ਬਾਣੀ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਜੋ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ ਇਹ ਕਥਾ ਵਿਚਾਰ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ। ਮੁਕਤ ਪਦਾਰਥ ਪਾਈਐ ਠਾਕ ਨਾ ਅਵਕਟ ਘਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।